ਗੁਰੂ ਪਿਆਰੀ ਸਾਧ ਸੰਗਤ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦਾ ਸਿਮਰਨ ਕਰੀਏ। ਸਾਰੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੇ ਚਰਨਾਂ ਦਾ ਦਾਸ ਸਿਵਲ ਇੰਜੀਨੀਅਰ ਸੁਖਚੈਨ ਸਿੰਘ ਲਹਿਲਪੁਰੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਨੇ ਮੇਰੇ ਵੱਲੋਂ ਕੁਛ ਮਹਾਨ ਸ਼ਖਸੀਅਤਾਂ ਦੇ ਜੀਵਨ ਉੱਪਰ ਪਾਈਆਂ ਗਈਆਂ ਖੋਜ ਭਰਪੂਰ ਵੀਡੀਓ ਨੂੰ ਬਹੁਤ ਮਾਣ ਤੇ ਸਤਿਕਾਰ ਬਖਸ਼ਿਆ ਹੈ। ਇਸ 'ਤੇ ਮੈਂ ਆਪ ਜੀ ਦਾ ਸਦਾ ਰਿਣੀ ਰਹਾਂਗਾ। ਆਪ ਜੀ ਨੇ ਉਹ ਵੀਡੀਓ ਸੁਣੀਆਂ ਹੀ ਨਹੀਂ, ਬਲਕਿ ਉਹਦੇ ਉੱਤੇ ਆਪਣੇ ਕੀਮਤੀ ਵਿਚਾਰ ਦਿੱਤੇ ਨੇ ਔਰ ਉਹਨਾਂ ਵੀਡੀਓ ਨੂੰ ਇੱਕ ਜ਼ਿੰਮੇਵਾਰ ਵਿਅਕਤੀ ਦੀ ਤਰ੍ਹਾਂ ਸੁਣ ਕੇ ਆਪਣੇ ਤੋਂ ਅੱਗੇ, ਉਹਨਾਂ ਤੋਂ ਫਿਰ ਅੱਗੇ, ਔਰ ਜਿਨ੍ਹਾਂ ਨੂੰ ਭੇਜੀਆਂ ਗਈਆਂ ਆਪ ਜੀ ਵੱਲੋਂ ਹੀ ਉਹਨਾਂ ਦੀ ਅੱਗੇ ਡਿਊਟੀ ਲਾਈ ਗਈ ਕਿ ਤੁਸੀਂ ਇਹਨਾਂ ਨੂੰ ਹੋਰ ਵੱਧ ਤੋਂ ਵੱਧ ਸੱਜਣਾ ਮਿੱਤਰਾਂ ਤੱਕ ਪਹੁੰਚਦਾ ਕਰੋ, ਤਾਂ ਕਿ ਇਹ ਇੱਕ ਇਤਿਹਾਸ ਦਾ ਪ੍ਰਚਾਰ ਵੱਧ ਤੋਂ ਵੱਧ ਸਾਡੇ ਨੌਜਵਾਨਾਂ ਅਤੇ ਸਾਡੇ ਉਹਨਾਂ ਵੀਰਾਂ ਦੇ ਕੰਨਾਂ ਤੱਕ ਪਹੁੰਚ ਸਕੇ ਜੋ ਅੱਜ ਦੇ ਸਮੇਂ ਦੀ ਦੌੜ ਵਿੱਚ ਕਾਰੋਬਾਰਾਂ ਵਿੱਚ, ਪੜ੍ਹਾਈਆਂ ਵਿੱਚ ਜਾਂ ਬਾਹਰ ਦੇ ਮੁਲਕਾਂ ਦੇ ਵਿੱਚ ਮਿਹਨਤ ਲਈ ਭੱਜ ਦੌੜ ਵਿੱਚ ਦੌੜੇ ਹੋਏ ਹਨ। ਉਹਨਾਂ ਦੇ ਕੋਲ ਕਿਤਾਬਾਂ ਪੜ੍ਹਨ ਲਈ ਸਮਾਂ ਨਹੀਂ। ਇਹ ਵੀਡੀਓ ਰਾਹੀਂ ਉਹਨਾਂ ਨੂੰ ਅਸੀਂ ਇਤਿਹਾਸ ਪਹੁੰਚਾਉਣ ਲਈ ਆਪਣੇ ਵੱਡ ਵਡੇਰਿਆਂ ਦੇ ਕੀਤੇ ਹੋਏ ਉਹਨਾਂ ਮਹਾਨ ਕਾਰਨਾਮਿਆਂ ਬਾਰੇ ਦੱਸਣ ਦਾ ਇੱਕ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ, ਜਿਸ ਵਿੱਚ ਆਪ ਸਭ ਦਾ ਯੋਗਦਾਨ ਆਇਆ ਹੈ। ਮੈਂ ਆਪ ਸਭ ਨੂੰ ਸਜਦਾ ਕਰਦਾ ਹਾਂ, ਸਲਾਮ ਕਰਦਾ ਹਾਂ, ਸੈਲਿਊਟ ਕਰਦਾ ਹਾਂ। ਆਪ ਜੀ ਨੇ ਇਹ ਵੱਡਾ ਕਾਰਜ ਆਪਣੇ ਜ਼ਿੰਮੇ ਲੈ ਕੇ ਇਸ ਨੂੰ ਵੱਧ ਤੋਂ ਵੱਧ ਅੱਗੇ ਪਹੁੰਚਾਉਣ ਦਾ ਯਤਨ ਕੀਤਾ। ਮੈਂ ਆਪ ਜੀ ਦਾ ਧੰਨਵਾਦੀ ਹਾਂ। ਔਰ ਇਸ ਤੋਂ ਵੀ ਵੱਡੀ ਗੱਲ, ਉਹਨਾਂ ਵੀਰਾਂ ਦਾ ਮੈਂ ਬਹੁਤ ਖਾਸ ਕਰਕੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਭੇਜੇ। ਔਰ ਇੱਥੇ ਹੀ ਬਸ ਨਹੀਂ, ਹੋਰ ਬਹੁਤ ਸਾਰੇ ਮਹਾਂਪੁਰਸ਼ਾਂ ਬਾਰੇ ਵੀਡੀਓ ਜਾਰੀ ਕਰਨ ਲਈ ਮੈਨੂੰ ਹੁਕਮ ਲਾਏ, ਜਿਨ੍ਹਾਂ ਉੱਤੇ ਮੈਂ ਆਪਦੀ ਰਿਸਰਚ ਜਾਰੀ ਕੀਤੀ ਹੈ ਔਰ ਹਰ ਇੱਕ ਮਹਾਨ ਵਿਅਕਤੀ ਦੇ ਜੀਵਨ ਨੂੰ ਪੂਰੀ ਤਰ੍ਹਾਂ ਸਟੱਡੀ ਕਰਕੇ ਉਹਦੇ ਜੀਵਨ ਉੱਤੇ ਛਪੀਆਂ ਹੋਈਆਂ ਸਾਰੀਆਂ ਕਿਤਾਬਾਂ ਨੂੰ ਵਾਚ ਕੇ, ਵਿਦਵਾਨਾਂ ਦੇ ਰਿਆਂ ਨੂੰ ਲੈ ਕੇ ਫਿਰ ਮੈਂ ਕੋਈ ਚੀਜ਼ ਨੂੰ ਅੱਗੇ ਜਾਰੀ ਕਰਿਆ ਕਰਨਾ। ਇਹ ਮੇਰਾ ਆਪਣਾ ਤਰੀਕਾ ਹੈ। ਮੇਰੇ ਕੁਛ ਲੇਖ ਵੱਖ-ਵੱਖ ਅਖਬਾਰਾਂ ਦੇ ਵਿੱਚ ਛਪਦੇ ਨੇ। ਇੱਕ ਲੇਖ ਛਪਿਆ ਸੀ ਇੱਕ ਤੋਹਫ ਦੇ ਬਾਰੇ, ਉਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਔਰ ਮੇਰੇ ਉਹਨਾਂ ਵੀਰਾਂ ਨੇ, ਉਹਨਾਂ ਸਰੋਤਿਆਂ ਨੇ ਮੈਨੂੰ ਬਾਰ-ਬਾਰ ਇਸ ਚੀਜ਼ ਉੱਤੇ ਫੋਨ ਕੀਤੇ ਕਿ ਇਹਨੂੰ ਤੁਸੀਂ, ਇਸ ਚੀਜ਼ ਦੀ ਤੁਸੀਂ ਵੀਡੀਓ ਜਾਰੀ ਕਰੋ। ਅਤੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਮੈਂ ਅੱਜ ਉਸ ਤੋਹਫ ਬਾਰੇ ਜ਼ਿਕਰ ਕਰਾਂਗਾ ਆਪ ਜੀ ਦੇ ਨਾਲ। ਭਾਰਤ ਦੇ ਵਿੱਚ ਬਹੁਤ ਸਾਰੀਆਂ ਤੋਹਫਾਂ ਨੂੰ ਏਸ਼ੀਆ ਦੇ ਵਿੱਚ ਪ੍ਰਸਿੱਧੀ ਹਾਸਲ ਹੋਈ। ਹਿੰਦੁਸਤਾਨ ਦਾ ਸ਼ਹਿਨਸ਼ਾਹ ਔਰੰਗਜ਼ੇਬ ਆਲਮਗੀਰ, ਜਿਸ ਨੇ 50 ਸਾਲ ਹਿੰਦੁਸਤਾਨ ਦੇ ਉੱਤੇ ਬੜਾ ਜ਼ਬਰਦਸਤ ਔਰ ਬੜਾ ਜ਼ਾਲਮਾਨਾ ਹਕੂਮਤ ਕੀਤੀ, ਉਹਦੇ ਕੋਲ 20 ਐਸੀਆਂ ਤੋਹਫਾਂ ਸਨ ਜੋ ਬਹੁਤ ਜ਼ਬਰਦਸਤ ਸਨ ਅਤੇ ਤਾਂਬੇ ਦੀਆਂ ਬਣੀਆਂ ਹੋਈਆਂ ਸਨ। ਉਹਨਾਂ ਤੋਹਫਾਂ ਦੇ ਵਿੱਚ 33 ਕਿਲੋ ਬਾਰੂਦ ਪਾਇਆ ਜਾ ਸਕਦਾ ਸੀ। ਬੜੀ ਜ਼ਬਰਦਸਤ ਮਾਰ ਉਹ 15 ਕਿਲੋਮੀਟਰ ਤੱਕ ਮਾਰ ਮਾਰਦੀਆਂ ਸਨ।
ਲੇਕਿਨ ਅਫਸੋਸ ਅੱਜ ਉਹਨਾਂ 20 ਤੋਪਾਂ ਦੇ ਵਿੱਚੋਂ ਅੱਜ ਭਾਰਤ ਦੇ ਵਿੱਚ ਜਾਂ ਸਾਡੇ ਕੋਲ ਨਿਸ਼ਾਨੀ ਵਜੋਂ ਇੱਕ ਵੀ ਤੋਪ ਉਹ ਬਚੀ ਨਹੀਂ, ਬਾਕੀ ਨਹੀਂ। ਜਿਨ੍ਹਾਂ ਤੋਪਾਂ ਨੇ ਉਸ ਜ਼ਮਾਨੇ ਦੇ ਵਿੱਚ, ਕਿਉਂਕਿ ਔਰੰਗਜ਼ੇਬ ਦੀ ਸਭ ਤੋਂ ਵੱਡੀ ਹੌਬੀ ਸੀ, ਸਭ ਤੋਂ ਵੱਡਾ ਜਿੱਦ ਸੀ ਦੱਖਣ ਨੂੰ ਜਿੱਤਣਾ, ਮਹਾਰਾਸ਼ਟਰ ਨੂੰ ਵਿਜੇ ਕਰਨਾ। ਔਰ ਬਹੁਤ ਲੰਮਾ ਜ਼ਿੰਦਗੀ ਦਾ ਅਰਸਾ ਉਸਨੇ ਦੱਖਣ ਨੂੰ ਜਿੱਤਣ ਅਤੇ ਦੱਖਣ ਦੀਆਂ ਬਗਾਵਤਾਂ ਨੂੰ ਦਬਾਉਣ 'ਤੇ ਲਾਇਆ। ਔਰ ਉੱਥੇ ਹੀ ਉਹ ਔਰੰਗਾਬਾਦ ਵਿੱਚ ਉਸਨੇ ਆਪਦਾ ਜੀਵਨ ਬਤੀਤ ਕੀਤਾ ਔਰ ਉੱਥੇ ਹੀ ਉਸਦੀ ਸਮਾਪਤ ਹੋਇਆ। ਉਹਦੀ ਸਾਰੀ ਜ਼ਿੰਦਗੀ ਦੱਖਣ ਵਿਜੇ ਦੇ ਉੱਤੇ ਲੱਗੀ ਔਰ ਉੱਥੇ ਵੱਡੇ ਵੱਡੇ ਕਿਲ੍ਹਿਆਂ ਨੂੰ ਤੋੜਨ ਦੀ ਉਹ ਤੋਪਾਂ ਨੇ ਉਹਦਾ ਸਾਥ ਦਿੱਤਾ। ਲੇਕਿਨ ਅੱਜ ਸਾਡੇ ਕੋਲ ਉਹ ਕੋਈ ਵੀ ਤੋਪ ਬਾਕੀ ਨਹੀਂ ਬਚੀ। ਲੇਕਿਨ ਜਿਸ ਤੋਪ ਦਾ ਮੈਂ ਜ਼ਿਕਰ ਆਪ ਜੀ ਨਾਲ ਕਰਾਂਗਾ, ਉਹ ਤੋਪ ਬਾਦਸਤੂਰ ਸਾਡੇ ਕੋਲ ਅੱਜ ਵੀ ਪਈ ਹੈ ਅਤੇ ਉਹ ਤੋਪ ਅੱਜ ਵੀ ਸਾਡੇ ਵਾਸਤੇ ਸਾਡੇ ਉਹ ਸ਼ਿੰਗਾਰ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ। ਇਸ ਤੋਪ ਨੇ 3 ਨਾਮ ਬਦਲੇ ਨੇ। ਇੱਕ ਨਾਮ ਇਸ ਨੂੰ ਪੈਦਾ ਕਰਨ ਵਾਲੇ, ਇਸ ਦੇ ਜਨਮਦਾਤਾ ਉਸ ਇੰਜੀਨੀਅਰ ਨੇ ਬਖਸ਼ਿਆ। ਉਹਨੇ ਇਹਦੀ ਕੰਧ ਦੇ ਉੱਤੇ, ਇਹਦੀ ਪਾਈਪ ਦੇ ਉੱਤੇ, ਇਹਦੀ ਨਾਲੀ ਦੇ ਉੱਤੇ ਉਹ ਨਾਂ ਅਰਬੀ ਦੇ ਵਿੱਚੋਂ ਲਿਖਿਆ ਸੀ। ਦੂਸਰਾ ਨਾਮ ਇਸ ਨੂੰ ਉਹਨਾਂ ਤੋਪਚੀਆਂ ਨੇ ਦਿੱਤਾ ਜਿਨ੍ਹਾਂ ਨੇ ਇਸ ਦਾ ਇਸਤੇਮਾਲ ਕੀਤਾ, ਜਿਨ੍ਹਾਂ ਨੇ ਇਸ ਨੂੰ ਵਰਤਿਆ। ਉਹਨਾਂ ਤੋਪਚੀਆਂ ਨੇ ਇੱਕ ਨਾਂ ਉਹਨਾਂ ਨੇ ਦੇ ਦਿੱਤਾ। ਇੱਕ ਨਾਮ ਇਸ ਨੂੰ ਉਹਨਾਂ ਲੋਕਾਂ ਨੇ ਦੇ ਦਿੱਤਾ ਜਿਨ੍ਹਾਂ ਨੇ ਦੂਜਿਆਂ ਕੋਲੋਂ ਖੋਹ ਕੇ ਹਾਸਿਲ ਕੀਤਾ ਸੀ। ਤੋ ਇਸ ਤੋਪ ਦੇ 3 ਨਾਂ ਨੇ, ਅੱਜ ਤਿੰਨੇ ਹੀ ਮੌਜੂਦ ਨੇ ਔਰ ਇਹ ਤੋਪ ਵੀ ਖੁਸ਼ਕਿਸਮਤੀ ਦੇ ਨਾਲ ਸਾਡੇ ਕੋਲ ਮੌਜੂਦ ਹੈ। ਇਹ ਤੋਪ ਦਾ ਸ਼ੁਰੂਆਤ, ਇਹਦਾ ਜਨਮ ਕਿਵੇਂ ਹੋਇਆ, ਆਪਾਂ ਉਸ ਲਾਈਨ ਨੂੰ ਚੱਲਦੇ ਹਾਂ। ਅਹਿਮਦ ਸ਼ਾਹ ਅਬਦਾਲੀ ਨੇ ਚੌਥਾ ਹਮਲਾ ਪੰਜਾਬ ਨੂੰ ਟਾਰਗੇਟ ਕਰਕੇ ਕੀਤਾ। ਇਹ ਜਦੋਂ ਦर्रा ਖੈਬਰ ਤੋਂ ਪਾਰ ਪੰਜਾਬ ਵੱਲ ਵਧਿਆ, ਪੰਜਾਬੀਆਂ ਨੂੰ ਪਤਾ ਲੱਗ ਗਿਆ ਕਿ ਇਸ ਵਾਰੀ ਅਹਿਮਦ ਸ਼ਾਹ ਦਾ ਨਿਸ਼ਾਨਾ ਕੇਵਲ ਅਤੇ ਕੇਵਲ ਪੰਜਾਬ ਹੈ। ਇਸ ਗੱਲ ਦੀ ਹਾਹਾਕਾਰ ਮਚ ਗਈ, ਸਾਰੇ ਪੰਜਾਬ ਵਿੱਚ ਭਗਦੜ ਮਚ ਗਈ। ਸਾਰੇ ਲੋਕ ਆਪਦੇ ਬਾਲ ਬੱਚੇ ਨੂੰ, ਬਜ਼ੁਰਗਾਂ ਨੂੰ, ਯਾਨੀ ਕਿ ਜਾਨਾਂ ਬਚਾ ਕੇ ਗੱਡਿਆਂ 'ਤੇ, ਤਾਂਗਿਆਂ 'ਤੇ, ਜੋ ਵੀ ਉਹਨਾਂ ਕੋਲ ਸਾਧਨ ਸਨ ਉਹਨਾਂ 'ਤੇ ਬਹਾ ਕੇ ਪੰਜਾਬ 'ਚੋਂ ਦੌੜੇ। ਕੁਛ ਪਹਾੜਾਂ ਨੂੰ ਚੜ੍ਹ ਗਏ, ਕੁਛ ਲੱਖੀ ਜੰਗਲ ਨੂੰ ਚਲੇ ਗਏ, ਕੁਝ ਦਿੱਲੀ ਨੂੰ ਜਾਂ ਹੋਰ ਦੂਰ ਦਰਾਡੇ ਨੂੰ ਦੌੜ ਗਏ ਤਾਂ ਕਿ ਜਾਨਾਂ ਬਚ ਜਾਣ। ਇਹਦੇ ਪਿੱਛੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਇਹ ਖਬਰ ਕਿ ਇਹਦਾ ਨਿਸ਼ਾਨਾ ਇਸ ਵਾਰੀ ਪੰਜਾਬ ਹੈ, ਇਸ ਖਬਰ ਵਾਇਰਲ ਕਿਉਂ ਹੋਈ? ਔਰ ਇਹ ਇਕੱਲੀ ਵਾਇਰਲ ਨਹੀਂ ਹੋਈ, ਅਹਿਮਦ ਸ਼ਾਹ ਅਬਦਾਲੀ ਦੇ ਸਾਰੇ ਹਮਲਿਆਂ ਦੀ ਖਬਰ ਵਾਇਰਲ ਹੁੰਦੀ ਸੀ, ਕਿਉਂਕਿ ਇਸ ਵਾਰੀ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦਾ ਨਿਸ਼ਾਨਾ ਰਾਜਪੂਤਾਨਾ ਯਾਨੀ ਰਾਜਸਥਾਨ ਹੋਏਗਾ। ਇਸ ਵਾਰੀ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦਾ ਨਿਸ਼ਾਨਾ ਕੇਵਲ ਅਤੇ ਕੇਵਲ ਦਿੱਲੀ ਹੋਵੇਗੀ। ਇਸ ਵਾਰੀ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ ਮਰਾਠਿਆਂ ਨਾਲ ਟੱਕਰ ਲੈਣੀ ਹੋਏਗੀ। ਇਹ ਚੀਜ਼ਾਂ ਵਾਇਰਲ ਕਿਉਂ ਹੁੰਦੀਆਂ ਸੀ? ਕਿਉਂਕਿ ਅਹਿਮਦ ਸ਼ਾਹ ਅਬਦਾਲੀ ਇੱਕ ਜ਼ਬਰਦਸਤ ਤਲਵਾਰਚੀ, ਜੰਗਾਂ ਯੁੱਧਾਂ ਦਾ ਮਾਹਿਰ ਔਰ ਯਾਨੀ ਕਿ ਆਲ ਓਵਰ ਪਰਫੈਕਟ ਵਿਅਕਤੀ ਸੀ। ਉਹ ਜਾਣ ਬੁੱਝ ਕੇ ਜਿੱਥੇ ਹਮਲਾ ਕਰਦਾ ਸੀ, ਆਪਦੇ ਤੋਂ ਪਹਿਲਾਂ ਖਬਰ ਭੇਜ ਦਿੰਦਾ ਸੀ ਕਿ ਲੋਕ ਆਪਦੀ ਜਾਨ ਬਚਾ ਕੇ ਭੱਜ ਜਾਣ, ਕਿਉਂਕਿ ਲੋਕਾਂ ਨਾਲ ਫਿਰ ਮੇਰਾ ਬਹੁਤਾ ਟਕਰਾਓ ਨਾ ਹੋਵੇ, ਮੈਨੂੰ ਅੱਗੋਂ ਜਾਂਦਿਆਂ ਨੂੰ ਖਾਲੀ ਮੈਦਾਨ ਮਿਲ ਜਾਵੇ। ਕਿਉਂਕਿ ਉਹਨੇ
ਏਸ਼ੀਆ ਦੇ ਵਿੱਚ ਤਲਵਾਰ ਖੜਕਾ ਕੇ ਆਪਣੇ ਆਪ ਨੂੰ ਇੱਕ ਜ਼ਾਲਮ ਜਿਹੜਾ ਜਰਨੈਲ ਸਾਬਤ ਕਰਕੇ ਵਿਖਾਇਆ ਸੀ। ਉਹਦੇ ਨਾਂ ਤੋਂ ਏਸ਼ੀਆ ਦੇ ਲੋਕ ਥਰ ਥਰ ਕੰਬਦੇ ਸਨ। ਪੰਜਾਬ ਦੀਆਂ ਸਫਾਂ 'ਚ ਉਸ ਵੇਲੇ ਇਹ ਕਿਹਾ ਜਾਂਦਾ ਸੀ ਕਿ ਖਾਧਾ ਪੀਤਾ ਲਾਏ ਦਾ, ਬਾਕੀ ਅਹਿਮਦ ਸ਼ਾਹ ਦਾ। ਸੋ ਖਬਰ ਪਹੁੰਚੀ ਤੇ ਪੰਜਾਬ ਦੇ ਲੋਕ ਦੌੜ ਗਏ। ਦर्रा ਖੈਬਰ ਲੰਘ ਕੇ ਪਸ਼ਾਵਰ ਤੋਂ ਪਾਰ ਹੋ ਕੇ ਜਦੋਂ ਇਸ ਨੇ ਪੰਜਾਬ ਵਿੱਚ ਆ ਕੇ ਵੜਿਆ, ਖਾਲੀ ਹੋਏ ਪੰਜਾਬ ਨੂੰ ਇਹਦੀਆਂ ਫੌਜਾਂ ਨੇ ਸੁੰਨੇ ਪਏ ਘਰਾਂ ਨੂੰ ਰੱਜ ਕੇ ਲੁੱਟਿਆ। ਘਰਾਂ ਦੇ ਵਿੱਚੋਂ ਲੀੜਾ ਕੱਪੜਾ, ਬਿਸਤਰੇ, ਅਨਾਜ, ਮੱਝਾਂ, ਗਾਵਾਂ, ਊਠ, ਘੋੜੇ, ਬੈਲ ਗਾਡੀਆਂ, ਜੋ ਕੁਛ ਵੀ ਪ੍ਰਾਪਤ ਹੋਇਆ, ਪਿੱਤਲ ਦੇ, ਤਾਂਬੇ ਦੇ, ਕਾਂਸੀ ਦੇ ਭਾਂਡੇ, ਜੋ ਕੁਛ ਵੀ ਘਰਾਂ ਖਾਲੀਆਂ 'ਚੋਂ ਪ੍ਰਾਪਤ ਹੋਇਆ, ਸਾਰਾ ਗੱਡਿਆਂ 'ਤੇ ਲੱਦ ਕੇ ਇੱਕ ਵਾਰੀ ਲਾਹੌਰ ਦੇ ਕਿਲ੍ਹੇ 'ਚ ਪਹੁੰਚਾਇਆ ਗਿਆ। ਪੂਰੇ ਪੰਜਾਬ ਨੂੰ ਤਸੱਲੀ ਨਾਲ ਲੁੱਟ ਲਿਆ ਗਿਆ। ਕੁਛ ਸਮਾਂ ਇੱਥੇ ਬਤੀਤ ਕਰਕੇ ਕਿਉਂਕਿ ਇਹ ਜਿੰਨੇ ਹਮਲਾਵਰ ਭਾਰਤ 'ਤੇ ਆਉਂਦੇ ਰਹੇ ਕਾਬਲ ਤੋਂ, ਇਹ ਠੰਡੇ ਇਲਾਕੇ 'ਚੋਂ ਆਉਂਦੇ ਸੀ ਅਤੇ ਭਾਰਤ ਦੀ ਗਰਮੀ ਨੂੰ ਬਰਦਾਸ਼ਤ ਕਰਨ ਯੋਗ ਨਹੀਂ ਸਨ। ਇਸ ਕਰਕੇ ਗਰਮੀ ਦੇ ਮੌਸਮ ਦੇ ਆਉਣ ਤੋਂ ਪਹਿਲਾਂ ਇਹ ਇੱਥੋਂ ਕੂਚ ਕਰ ਜਾਂਦੇ ਸਨ। ਅਤੇ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦਾ ਚੇਲਾ ਸੀ ਅਤੇ ਇਹਨਾਂ ਦਾ ਇੱਕੋ ਹੀ ਅਕੀਦਾ ਸੀ। ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ, ਮਹਿਮੂਦ ਗਜਨਵੀ, ਇਹ ਇਸ ਤਰ੍ਹਾਂ ਦੇ ਹੁਕਮਰਾਨ ਸਨ ਜੋ ਹੁਕਮਰਾਨ ਤੇ ਘੱਟ ਸਨ, ਲੁਟੇਰੇ ਜ਼ਿਆਦਾ ਸਨ। ਇਹਨਾਂ ਨੇ ਕਈ ਵਾਰੀ ਭਾਰਤ ਨੂੰ ਜਿੱਤਿਆ ਪਰ ਲੁੱਟ ਪੁੱਟ ਕੇ ਵਾਪਸ ਤੁਰ ਗਏ। ਇਹਨਾਂ ਨੇ ਇਹ ਕਦੀ ਸੋਚਿਆ ਨਹੀਂ ਕਿ ਇਹਦੇ ਵਿੱਚ ਅਸੀਂ ਉਹਦੀ ਹਕੂਮਤ ਕਾਇਮ ਕਰੀਏ। ਬਾਬਰ ਨੇ ਭਾਰਤ ਨੂੰ ਫਤਿਹ ਕਰਕੇ ਉਹਦੀ ਹਕੂਮਤ, ਮੁਗਲੀਆ ਹਕੂਮਤ ਕਾਇਮ ਕੀਤੀ। ਉਹ ਕਈ ਸਦੀਆਂ ਤੱਕ ਚੱਲੀ। ਜੇ ਅਹਿਮਦ ਸ਼ਾਹ ਅਬਦਾਲੀ ਇਹ ਸੋਚ ਲੈਂਦਾ ਕਿ ਮੈਂ ਵੀ ਭਾਰਤ ਵਿੱਚ ਕਿਉਂ ਨਾ ਹਕੂਮਤ ਕਾਇਮ ਕਰਾਂ, ਅਤੇ ਮੁਗਲਾਂ ਤੋਂ ਬਾਅਦ ਫਿਰ ਅਬਦਾਲੀਆਂ ਦੀ ਹਕੂਮਤ ਚਾਲੂ ਹੋ ਜਾਣੀ ਸੀ। ਪਰ ਇਸ ਤਰ੍ਹਾਂ ਦਾ ਉਹਨੇ ਸੋਚਿਆ ਨਹੀਂ। ਉਹ ਕੇਵਲ ਅਤੇ ਕੇਵਲ ਲੁੱਟ ਕੇ ਭਾਰਤ ਨੂੰ ਵਾਪਸ ਤੁਰ ਜਾਂਦਾ ਸੀ। ਉਹ ਇੱਕ ਲੁਟੇਰਾ ਹੁਕਮਰਾਨ ਸੀ। ਇਹ ਉਹਦੀ ਤਬੀਅਤ ਸੀ, ਸੋਚ ਸੀ। ਕੁਝ ਸਮਾਂ ਭਾਰਤ ਵਿੱਚ ਰਹਿਣ ਤੋਂ ਬਾਅਦ ਉਸਨੇ ਜਦੋਂ ਕਾਬਲ ਵੱਲ ਚਾਲੇ ਪਾਉਣੇ ਸ਼ੁਰੂ ਲਈ ਸੋਚਿਆ ਅਤੇ ਆਪਦੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਕਿ ਸਾਰਾ ਸਮਾਨ ਪੈਕ ਕੀਤਾ ਜਾਏ। ਜਿੰਨੇ ਕੁ ਉਹਨਾਂ ਕੋਲ ਸਾਧਨ ਸਨ, ਗੱਡੀਆਂ, ਬੈਲ ਉਹਨਾਂ ਜ਼ਮਾਨਿਆਂ 'ਚ ਹੋਇਆ ਕਰਦੇ ਸਨ, ਉਹਨਾਂ ਦੇ ਉੱਤੇ ਸਾਰਾ ਸਮਾਨ ਉਹਨਾਂ ਫੌਜੀ ਜਵਾਨਾਂ ਨੇ ਲੱਦਿਆ, ਸਾਰਾ ਪੈਕ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਦੀ ਹਰ ਬੰਦੇ ਉੱਤੇ, ਹਰ ਫੌਜੀ ਉੱਤੇ, ਹਰ ਅਸਲੇ ਦੇ ਸਮਾਨ ਉੱਤੇ, ਹਰ ਘੋੜੇ ਉੱਤੇ, ਹਰ ਸ਼ਸਤਰ ਉੱਤੇ, ਹਰ ਏਕ ਲੁੱਟਦੇ ਸਮਾਨ ਉੱਤੇ ਬੜੀ ਬਾਜ਼ ਅੱਖ ਹੁੰਦੀ ਸੀ। ਬਹੁਤ ਜ਼ਿਆਦਾ ਤੀਖਣ ਬੁੱਧੀ ਦਾ ਉਹ ਵਿਅਕਤੀ ਸੀ। ਉਹਦੇ ਵਿੱਚ ਬਹੁਤ ਸਾਰੇ ਗੁਣ ਸਨ। ਪੈਕਿੰਗ ਦਾ ਹੁਕਮ ਆਇਆ, ਉਹਨਾਂ ਨੇ ਪੈਕ ਕਰ ਦਿੱਤਾ ਸਮਾਨ। ਅਹਿਲਕਾਰਾਂ ਨੂੰ ਪੁੱਛਿਆ ਕਿ ਤਿਆਰੀ ਹੈ? ਉਹਨਾਂ ਨੇ ਕਿਹਾ ਜੀ ਹਾਂ, ਜਾਮਪਨਾ ਤੁਹਾਡੀ ਉਡੀਕ ਕਰ ਰਹੇ। ਅਹਿਮਦ ਸ਼ਾਹ ਆਪਦੇ ਸਿੰਘਾਸਨ ਤੋਂ ਉੱਠਿਆ। ਉਸਨੇ ਕੁਛ ਅਹਿਲਕਾਰ ਨਾਲ ਲਏ ਅਤੇ ਲਾਹੌਰ ਦੇ ਕਿਲ੍ਹੇ ਦਾ ਇੱਕ ਪੂਰਾ ਚੱਕਰ ਕੱਟਿਆ। ਉਤਲੀਆਂ ਛੱਤਾਂ ਤੋਂ ਸ਼ੁਰੂ ਹੋ ਕੇ ਹਰ ਇੱਕ ਮੰਜ਼ਿਲ ਦੇ ਵਿੱਚੋਂ ਦੀ ਘੁੰਮਦਾ ਘੁਮਾਉਂਦਾ ਉਹ ਸਾਰਾ ਲਾਹੌਰ ਦੇ ਕਿਲ੍ਹੇ ਦਾ ਜਾਇਜ਼ਾ ਲੈ ਕੇ ਜਦੋਂ ਥੱਲੇ ਉਤਰ ਕੇ ਵਿਹੜੇ 'ਚ ਪਹੁੰਚਿਆ ਅਤੇ ਉਹਦੇ ਵਿੱਚ ਇੱਕ ਬਹੁਤ ਵੱਡਾ ਪਹਾੜ ਵਾਂਗੂ ਭਾਂਡਿਆਂ ਦਾ ਢੇਰ ਲੱਗਾ ਹੋਇਆ। ਉਹਨੇ ਆਖਿਆ ਇਹ ਬਰਤਨ ਇਹ ਕਿਉਂ ਨਹੀਂ ਲੱਦੇ ਗਏ? ਅਹਿਲਕਾਰਾਂ ਨੇ ਕਿਹਾ ਜਾਮਪਨਾ, ਜਿੰਨੇ ਕਿ ਸਾਡੇ ਕੋਲ
ਸਾਧਨ ਸੀ ਉਹਨਾਂ ਉੱਤੇ ਬਹੁਤ ਜ਼ਰੂਰੀ ਸਮਾਨ ਸਾਰਾ ਲੱਦਿਆ ਗਿਆ। ਇਹ ਇੱਕ ਬੇਕਾਰ ਜਿਹਾ ਮਟੀਰੀਅਲ ਹੈ, ਇਸ ਕਰਕੇ ਇਹਨੂੰ ਤਾਂ ਰਹਿਣ ਦਿੱਤਾ ਹੈ ਕਿ ਇਹ ਜਦੋਂ ਫੇਰ ਆਵਾਂਗੇ ਫੇਰ ਲੈ ਜਾਵਾਂਗੇ। ਉਹਨੇ ਸੋਚਿਆ ਕਿ ਮੇਰੇ ਜਾਣ ਤੋਂ ਬਾਅਦ ਇਹ ਭਾਂਡਾ ਕਰਕੇ ਇਹ ਲੋਕਾਂ ਨੇ ਲੈ ਜਾਣਾ ਹੈ, ਇਹ ਮੇਰੇ ਮੁੜ ਆਉਣ ਤੱਕ ਬਚਣਾ ਨਹੀਂ। ਅਤੇ ਮੇਰੀ ਮਿਹਨਤ ਕੀਤੀ ਹੋਈ ਹੈ, ਮੈਂ ਕਿੱਡੀ ਦੂਰੋਂ ਐਡੀ ਵੱਡਾ ਲਸ਼ਕਰ ਲੈ ਕੇ ਇਸ ਲਸ਼ਕਰ ਨੂੰ ਖਰਚ ਖਵਾ ਕੇ ਇੱਥੇ ਲੈ ਕੇ ਆ ਕੇ ਸਮਾਨ ਨੂੰ ਲੁੱਟਿਆ ਹੈ, ਅਤੇ ਜੇ ਇਹਦੇ ਵਿੱਚੋਂ ਕੁਝ ਸਮਾਨ ਮੇਰਾ ਇੱਥੇ ਰਹਿ ਜਾਂਦਾ ਤਾਂ ਉਹ ਮੇਰਾ ਸਾਰੇ ਟੋਟਲ ਕੰਮ ਕਾਰੋਬਾਰ ਦੇ ਵਿੱਚ ਘਾਟਾ ਹੈ। ਉਹਨੇ ਆਪਦੇ ਸਾਰੇ ਇੰਜੀਨੀਅਰ ਬੁਲਾਏ, ਉਹਨਾਂ ਨੂੰ ਪੁੱਛਿਆ ਕਿ ਇਸ ਭਾਂਡਿਆਂ ਦਾ ਦੱਸੋ ਕੀ ਹੋ ਸਕਦਾ ਹੈ। ਉਹਨਾਂ ਦੀ ਸਮਝ ਵਿੱਚ ਕੁਛ ਨਾ ਆਇਆ। ਉਸ ਜ਼ਮਾਨੇ ਦੇ ਵਿੱਚ ਏਸ਼ੀਆ ਦਾ ਸਭ ਤੋਂ ਜ਼ਬਰਦਸਤ ਇੰਜੀਨੀਅਰ ਸੀ ਜਿਹਦਾ ਨਾਂ ਸੀ ਸ਼ਾਹ ਨਜ਼ੀਰ। ਇਹ ਤੋਹਫ਼ਾਂ ਬਣਾਉਂਦਾ ਸੀ ਔਰ ਤੋਹਫ਼ਾਂ ਬਾਕਮਾਲ ਹੁੰਦੀਆਂ ਸਨ। ਸ਼ਾਹ ਨਜ਼ੀਰ ਦੀਆਂ ਬਣਾਈਆਂ ਹੋਈਆਂ ਤੋਹਫ਼ਾਂ ਬਹੁਤ ਮਜ਼ਬੂਤ, ਉਹਨਾਂ ਦਾ ਫਾਇਰ ਟਿਕਾਣੇ 'ਤੇ ਵੱਜਦਾ ਸੀ ਔਰ ਲੰਮਾ ਅਰਸਾ ਤੱਕ ਉਹ ਚੱਲਦੀਆਂ ਸਨ। ਇੰਨੀਆਂ ਸਿੱਕੇਬੰਦ ਤੋਹਫ਼ਾਂ ਬਣਾਉਣ ਦਾ ਉਸ ਨੂੰ ਮਾਣ ਹਾਸਲ ਸੀ। ਪੂਰੀ ਏਸ਼ੀਆ ਦੇ ਵਿੱਚ ਹਰ ਦੇਸ਼ ਵਿੱਚ ਉਹਦੀ ਮੰਗ ਸੀ ਅਤੇ ਉਹਨੂੰ ਬੁਲਾਇਆ ਜਾਂਦਾ ਸੀ ਅਤੇ ਉਹ ਜਾ ਕੇ ਉੱਥੇ ਬੜੇ ਮਹਿੰਗਾ ਮੁੱਲ ਲੈ ਕੇ ਉਹਨਾਂ ਦੇਸ਼ਾਂ ਨੂੰ ਤੋਹਫ਼ਾਂ ਢਾਲ ਕੇ ਧਾਤਾਂ ਤੋਂ ਬਣਾ ਕੇ ਦਿਆ ਕਰਦਾ ਸੀ। ਅੱਜ ਇਹ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਵਿੱਚ ਮੌਜੂਦ ਸੀ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਜਦੋਂ ਹਮਲਾ ਕਰਦਾ ਸੀ ਉਸ ਵੇਲੇ ਅਸਲੇ ਦੇ ਰਿਪੇਅਰ ਕਰਨ ਵਾਲੇ ਸਾਰੇ ਮਿਸਤਰੀ, ਨਵਾਂ ਅਸਲਾ ਬਣਾਉਣ ਵਾਲੇ ਮਿਸਤਰੀ, ਇੱਥੋਂ ਤੱਕ ਕਿ ਹਕੀਮ, ਵੈਦ, ਗੱਡੀਆਂ ਨੂੰ ਰਿਪੇਅਰ ਕਰਨ ਵਾਲੇ, ਲੱਕੜ ਦੇ ਲੋਹੇ ਦੇ ਮਿਸਤਰੀ, ਇਹਨਾਂ ਦਾ ਵੀ ਇੱਕ ਵੱਡਾ ਕਾਫਲਾ ਨਾਲ ਲੈ ਕੇ ਆਉਂਦਾ ਸੀ ਕਿ ਕਿਤੇ ਮੈਨੂੰ ਦਿੱਕਤ ਆਵੇ ਅਤੇ ਮੇਰੇ ਜਾਨਵਰਾਂ ਨੂੰ, ਮੇਰੇ ਫੌਜੀਆਂ ਨੂੰ, ਮੇਰੇ ਇਹਨਾਂ ਨੂੰ ਕਿਤੇ ਦਵਾਈ ਦਾਰੂ ਦੀ ਕਿਤੇ ਲੋੜ ਪਵੇ ਅਤੇ ਮੇਰੇ ਕੋਲ ਸਾਰਾ ਸਾਜੋ ਸਮਾਨ ਕੋਲ ਹੋਵੇ। ਇੱਥੇ ਹੀ ਬਸ ਨਹੀਂ, ਉਹ ਬਹੁਤ ਸਾਰੇ ਕਵੀ ਅਤੇ ਇਤਿਹਾਸਕਾਰ ਵੀ ਨਾਲ ਲੈ ਕੇ ਆਉਂਦਾ ਸੀ, ਜਿਹੜਾ ਕਿ ਮੌਕੇ 'ਤੇ ਬਹਿ ਕੇ ਕੀਤੇ ਗਏ ਹਮਲੇ ਦੀ ਸਾਰਾ ਤਾਰੀਖ ਉਹਨਾਂ ਨੂੰ ਦਰਜ ਕਰਾ ਕੇ ਇਤਿਹਾਸ ਲਿਖਵਾਉਂਦਾ ਸੀ। ਇਹ ਸਾਰੇ ਕੰਮ ਉਹ ਕਰਦਾ ਸੀ। ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਉਹਦੇ 'ਚ ਬਹੁਤ ਸਾਰੀਆਂ ਕੁਆਲਿਟੀਆਂ ਸਨ। ਸ਼ਾਹ ਨਜ਼ੀਰ ਏਸ਼ੀਆ ਦਾ ਪ੍ਰਸਿੱਧ ਤੋਹਫ਼ ਬਣਾਉਣ ਦਾ ਕਾਰੀਗਰ। ਇਹ ਇਸ ਹਮਲੇ ਵਿੱਚ ਇਸ ਨੂੰ ਨਾਲ ਲੈ ਕੇ ਆਇਆ ਸੀ। ਸ਼ਾਹ ਨਜ਼ੀਰ ਨੂੰ ਸੱਦਿਆ ਗਿਆ, ਇਹਨਾਂ ਬਰਤਨਾਂ ਦਾ ਦੱਸੋ ਕੀ ਹੋਏਗਾ। ਉਹ ਕਹਿਣ ਲੱਗਾ, ਜਾਮਪਨਾ, ਇਹ ਭਾਵੇਂ ਇੱਕ ਬੜਾ ਵੱਡਾ ਢੇਰ ਹੈ ਭਾਂਡਿਆਂ ਦਾ, ਪਰ ਇਹਨੂੰ ਜਦੋਂ ਅਸੀਂ ਢਾਲਾਂਗੇ ਅੱਧ ਉੱਡ ਜਾਏਗਾ, ਅੱਧ ਰਹਿ ਜਾਏਗਾ। ਇਹਦੇ 'ਚੋਂ ਇੱਕ 1.5 ਤੋਹਫ਼ ਬਣ ਸਕਦੀ, ਇੱਕ ਪੂਰੀ ਅਤੇ ਇੱਕ ਅੱਧੀ। ਇਹ ਮਟੀਰੀਅਲ ਪੂਰਾ ਨਹੀਂ, ਅਤੇ ਜੇ ਕਹੋ ਤਾਂ ਇੱਕ ਵੱਡੀ ਸਾਰੀ ਤੋਹਫ਼ ਪੂਰੀ ਇੱਕ ਹੀ ਬਣਾ ਦਿੰਦੇ। ਉਹਨੇ ਕਿਹਾ ਬਣਾ ਦਿਓ। ਕਹਿੰਦੇ ਜੀ ਕਿੰਨਾ ਸਮਾਂ? 1 ਹਫ਼ਤਾ ਚਾਹੀਦਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਆਪਦੇ ਕਾਫਲੇ ਨੂੰ 1 ਹਫ਼ਤਾ ਹੋਰ ਰੋਕ ਲਿਆ। ਭੱਠੀਆਂ ਚਾਲੂ ਕੀਤੀਆਂ ਗਈਆਂ, ਉਹਨਾਂ ਵਿੱਚ ਸੁੱਟ ਕੇ ਪੰਜਾਬੀਆਂ ਦੇ ਉਹ ਭਾਂਡੇ, ਪਿੱਤਲ ਦੇ, ਕਾਂਸੀ ਦੇ, ਤਾਂਬੇ ਦੇ, ਇਹ ਸਾਰੇ ਹੋਰ ਵੀ ਕੁਛ ਧਾਤਾਂ ਹੋਣਗੀਆਂ, ਉਹ ਸਾਰਿਆਂ ਨੂੰ ਭੱਠੀਆਂ 'ਚ ਪਾ ਕੇ ਜਦੋਂ ਢਾਲਿਆ, ਢਾਲ ਕੇ ਅਤੇ 10 ਫੁੱਟ ਨਾਲੀ ਵਾਲੀ ਇੱਕ ਤੋਹਫ਼ ਬਣਾਉਣ ਦਾ ਸੰਚਾ ਤਿਆਰ ਕੀਤਾ ਗਿਆ। ਪਹਿਲਾਂ 10 ਫੁੱਟ ਸੀ, ਫਿਰ ਜਦੋਂ ਪਤਾ ਲੱਗਿਆ ਕਿ ਮਟੀਰੀਅਲ ਅਜੇ ਹੋਰ ਜ਼ਿਆਦਾ ਹੈ ਅਤੇ ਫਿਰ ਇਹਨੂੰ 14-15 ਫੁੱਟ ਕੀਤਾ। 15 ਫੁੱਟ ਤੋਂ ਥੋੜ੍ਹਾ ਜਿਹਾ ਘੱਟ ਗਿਆ ਅਤੇ 14.5 ਫੁੱਟ ਲੰਮੀ ਨਾਲੀ, ਬਹੁਤ ਲੰਮੀ ਨਾਲੀ, ਤਕਰੀਬਨ 5 ਫੁੱਟ ਦੀਆਂ 7 ਫੁੱਟ ਤੱਕ ਦੀਆਂ ਉਸ ਜ਼ਮਾਨੇ 'ਚ ਤੋਹਫ਼ਾਂ ਸੀ। ਔਰੰਗਜ਼ੇਬ ਦੀਆਂ ਤੋਹਫ਼ਾਂ 10 ਫੁੱਟ ਸਨ।
ਅੱਜ ਇਹ ਤੋਪ ਜਿਹੜੀ ਤਿਆਰ ਹੋ ਰਹੀ ਹੈ ਇਹ 14.5 ਫੁੱਟ ਲੰਮੀ ਤੋਪ ਹੈ। ਇਹਦਾ ਡਾਇਆ, ਇਹਦਾ ਦਹਾਨਾ ਉਹ 9.5 ਇੰਚ ਮੋਟਾ ਹੈ। ਇਹਦੀ ਨਾਰੀ ਦਾ ਮੋਹਰਾ 9.5 ਇੰਚ ਹੈ। ਇਹਦੇ ਕਿਉਂਕਿ ਵਜ਼ਨ ਜ਼ਿਆਦਾ ਸੀ, ਇਸ ਕਰਕੇ ਇਹਦੇ ਥੱਲੇ ਜਿਹੜੇ ਪਹੀਏ, ਜਿਹੜੇ ਵੀਲ ਲਾਏ ਗਏ, ਉਹ ਵੀ ਲੋਹੇ ਦੀ ਧਾਤ ਭਾਲ ਕੇ ਬਣਾ ਕੇ ਲਾਏ ਗਏ, ਕਿਉਂਕਿ ਅਕਸਰ ਤੋਪਾਂ ਦੇ ਵੀਲ ਲੱਕੜ ਦੇ ਹੋਇਆ ਕਰਦੇ ਸਨ, ਪਰ ਇਸ ਤੋਪ ਨੂੰ ਲੱਕੜ ਦੇ ਵੀਲਾਂ ਉੱਤੇ ਨਹੀਂ ਰੱਖਿਆ ਜਾ ਸਕਦਾ ਸੀ। ਇਹਦੇ ਵੀਲ ਜਿਹੜੇ ਸੀ ਉਹ ਵੀ ਧਾਤ ਦੇ ਬਣਾਏ ਗਏ, ਉਹ ਵੀ ਬੜੇ ਵਜ਼ਨਦਾਰ ਸਨ। ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਅੱਜ ਦੀ ਜਿਹੜੀ ਰੇਲ ਹੈ, ਜਿਹੜੇ ਰੇਲ ਦੇ ਤੁਸੀਂ ਵੀਲ ਵੇਖੋਗੇ, ਇਸ ਕਿਸਮ ਦੇ ਇਹਦੇ ਵੀਲ ਸੀ ਕਿ ਉਹਨਾਂ ਵੱਡੀਆਂ ਵੀਲਾਂ ਨੂੰ ਵੀ ਲੋਹੇ ਨਾਲ ਝਾੜ ਕੇ ਬਣਾਇਆ ਗਿਆ ਕਿ ਇਹਦਾ ਵਜ਼ਨ ਬਹੁਤ ਸੀ। ਇਹਨੂੰ 8 ਘੋੜਿਆਂ ਨਾਲ ਖਿੱਚਿਆ ਜਾ ਸਕਦਾ ਸੀ। 8 ਘੋੜੇ ਇਹਦੇ 'ਤੇ ਜੋਏ ਜਾਂਦੇ ਸਨ, ਉਹ ਇਹਨੂੰ ਖਿੱਚਦੇ ਸਨ। ਇਹ ਬਣ ਕੇ ਤਿਆਰ ਕੀਤੀ ਗਈ। 9.5 ਇੰਚ ਇਹਦਾ ਡਾਇਆ ਹੈ, ਤਹਾਨਾ ਹੈ, ਮੋਹਰਾ ਹੈ, ਅਤੇ 14.5 ਫੁੱਟ ਲੰਮੀ ਇਹਦੀ ਨਾਰੀ। ਇਹਦੇ ਵਿੱਚ 1.25 ਮਣ 50 ਕਿਲੋ ਤੋਂ ਵੀ ਵੱਧ ਇਹਦੇ ਵਿੱਚ ਬਰੂਦ ਪੈ ਸਕਦਾ ਹੈ। ਅੱਜ ਤੱਕ ਜਿਸ ਵੇਲੇ ਇਹ ਤੋਪ ਤਿਆਰ ਹੋ ਰਹੀ ਸੀ, ਉਸ ਵੇਲੇ ਵਰਲਡ ਰਿਕਾਰਡ ਦੇ ਮੁਤਾਬਕ ਸਭ ਤੋਂ ਵੱਡੀਆਂ ਤੋਪਾਂ ਜਿਹੜੀਆਂ ਸਨ ਔਰੰਗਜ਼ੇਬ ਦੀਆਂ, ਉਹਨਾਂ ਵਿੱਚ 33 ਕਿਲੋ ਬਰੂਦ ਪੈਂਦਾ ਸੀ। ਲੇਕਿਨ ਅੱਜ ਜਿਹੜੀ ਇਹ ਤਿਆਰ ਹੋਈ ਹੈ ਤੋਪ, ਇਹਦੇ ਵਿੱਚ ਉਹਨਾਂ ਤੋਂ ਲਗਭਗ ਡਬਲ ਬਰੂਦ ਪਵੇਗਾ। 50 ਕਿਲੋ, 52, 55 ਕਿਲੋ ਤੱਕ ਦਾ ਬਰੂਦ ਇਸ ਤੋਪ ਵਿੱਚ ਪਏਗਾ। ਇਹ 25-30 ਕਿਲੋਮੀਟਰ ਤੱਕ ਮਾਰ ਕਰੇਗੀ। ਇਹਦਾ ਏਡਾ ਜ਼ਬਰਦਸਤ ਗੋਲਾ ਜਿੱਥੇ ਡਿੱਗੇਗਾ ਤਬਾਹੀ ਮਚਾ ਕੇ ਰੱਖ ਦੇਗਾ। ਇਹਦੇ ਵਿੱਚੋਂ ਜਦੋਂ ਗੋਲਾ ਨਿਕਲਦਾ ਸੀ, ਕਹਿੰਦੇ ਸੀ ਕਿ 12 ਫੁੱਟ ਲੰਮੀ, 12 ਫੁੱਟ ਤੋਂ ਕਈ ਵਾਰੀ ਵੱਡੀ ਅੱਗ ਦੀ ਲਾਟ ਨਿਕਲਦੀ ਸੀ। ਇਹਨੂੰ ਚਲਾਉਣ ਵਾਲੇ ਬੜਾ ਸੰਭਲ ਕੇ ਚਲਾਉਣ ਵਾਲੇ ਇਹਦੇ 'ਤੇ ਲਾਏ ਜਾਂਦੇ ਸਨ, ਨਹੀਂ ਤਾਂ ਸੜ ਜਾਂਦੇ ਸਨ। ਇਹਨੂੰ ਬਣਾਉਣ ਵਾਲੇ ਉਸ ਏਸ਼ੀਆ ਦੇ ਪ੍ਰਸਿੱਧ ਕਾਰੀਗਰ ਸ਼ਾਹ ਨਜ਼ੀਰ ਨੇ ਇਹਨੂੰ ਇੱਕ ਨਾਮ ਦਿੱਤਾ ਹੈ। ਇਹ ਅਰਬੀ ਵਿੱਚ ਇਹਦੀ ਕੰਧ ਉੱਤੇ, ਇਹਦੀ ਪਾਈਪ ਦੇ ਉੱਤੇ ਲਿਖਿਆ ਹੋਇਆ ਹੈ। ਇਹ ਉਹਦੀ ਆਪਦੇ ਦਿਮਾਗ ਦੀ ਤਰਜਮਾਨੀ ਹੈ, ਕਿਉਂਕਿ ਇਹ ਤੋਪ ਵੀ ਉਹਦੇ ਦਿਮਾਗ ਦੀ ਇੱਕ ਨਵੀਂ ਕਾਢ ਸੀ। ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਬਣੀਆਂ ਬਣਾਤੀਆਂ ਸੱਚੀਆਂ ਦੀਆਂ ਤੋਪਾਂ ਸਨ, ਜਿਹੜੀਆਂ ਪ੍ਰਚਲਿਤ ਤੋਪਾਂ ਸਨ, ਇਹ ਉਹਨਾਂ ਤੋਂ ਇੱਕ ਵੱਖਰੀ ਚੀਜ਼ ਸੀ। ਇਸ ਕਰਕੇ ਇਹਨੂੰ ਨਾਮ ਵੀ ਵੱਖਰਾ ਦਿੱਤਾ ਗਿਆ। ਇਹਦਾ ਉੱਤੇ ਅਰਬੀ 'ਤੇ ਅੱਜ ਵੀ ਲਿਖਿਆ ਪੜ੍ਹਿਆ ਜਾ ਸਕਦਾ ਹੈ, ਸੀਕਰੇ ਅਸਤ ਆਹੇ ਆਤਿਸ਼ਬਾਜ਼। ਸੀਕਰੇ ਅਸਤ ਆਹੇ ਆਤਿਸ਼ਬਾਜ਼। ਇਹਦੇ ਮੀਨਿੰਗ ਸਮਝਣੇ ਚਾਹੀਦੇ ਨੇ। ਇਹਦੇ ਮਤਲਬ ਇਹ ਹੈ, ਇਹ ਉਹ ਸਰਾਲ ਹੈ ਜਿਹਦੇ ਵਿੱਚੋਂ ਅੱਗ ਨਿਕਲਦੀ ਹੈ। ਇਹ ਉਹ ਸਰਾਲ ਹੈ। ਸਰਾਲ ਬਹੁਤ ਵੱਡੇ ਸੱਪ ਨੂੰ ਕਿਹਾ ਜਾਂਦਾ ਹੈ, ਅਤੇ ਉਹਨੇ ਕਿਹਾ ਕਿ ਇਹ ਉਹ ਸੱਪ ਹੈ, ਇਹ ਉਹ ਸਰਾਲ ਹੈ ਜਿਹਦੇ ਮੂੰਹ ਵਿੱਚੋਂ ਅੱਗ ਨਿਕਲਦੀ। ਇਹ ਇਹਦਾ ਨਾਮ ਇਹਦੇ ਜਨਮਦਾਤਾ ਸ਼ਾਹ ਨਜ਼ੀਰ ਨੇ ਇਹਨੂੰ ਦਿੱਤਾ। ਇਹਦੇ ਉੱਤੇ ਉਕਰਿਆ ਲਿਖਿਆ ਹੈ। ਮੈਂ ਜ਼ਿਕਰ ਕੀਤਾ ਸੀ ਕਿ ਇਹਦੇ 3 ਨਾਮ ਨੇ। ਜਦੋਂ ਇਹਨੂੰ ਚਲਾਉਣ ਵਾਲੇ ਤੋਫਚੀ ਜਿਹੜੇ ਸੀ, ਉਹਨਾਂ ਨੇ ਜਦੋਂ ਇਸ ਦਾ ਇਸਤੇਮਾਲ ਕੀਤਾ ਹੈ, ਅਤੇ ਅਕਸਰ ਤੋਪਾਂ ਦੇ ਅੱਗੇ ਨਾਲੀ ਦੇ ਅਤੇ ਇੱਕ ਬਿਲਕੁਲ ਪਿੱਛੇ 2 ਲੋਹੇ ਦੇ ਪਿੱਲਰ ਦਿੱਤੇ ਜਾਂਦੇ ਸਨ, ਜਿਹੜੇ ਚਲਾਉਣ ਵੇਲੇ ਉਹ ਫੋਲਡ ਹੋ ਜਾਂਦੇ ਸੀ।
ਲੇਕਿਨ ਜਦੋਂ ਇਹਨੂੰ ਕਿਸੇ ਜਗ੍ਹਾ ਦੇ ਉੱਤੇ ਖੜਾ ਕਰਕੇ ਚਲਾਇਆ ਜਾਂਦਾ ਸੀ, ਉਸ ਜਗ੍ਹਾ 'ਤੇ ਉਹਨਾਂ ਪਿੱਲਰਾਂ ਲੋਹੇ ਦਿਆਂ ਨੂੰ ਖੋਲ੍ਹ ਕੇ 2 ਫੁੱਟ 3 ਫੁੱਟ ਤੱਕ ਜ਼ਮੀਨ ਪੱਟ ਕੇ ਉਹਦੇ 'ਚ ਨੱਪ ਕੇ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਨੱਪ ਕੇ 2 ਪਿੱਲਰਾਂ ਨੂੰ, ਅਤੇ ਕਿਹਾ ਜਾਂਦਾ ਸੀ ਕਿ ਹੁਣ ਤੋਪ ਅਸੀਂ ਬੀੜ ਦਿੱਤੀ। ਉਹਨੂੰ ਤੋਪ ਬੀੜਨਾ ਕਿਹਾ ਜਾਂਦਾ ਸੀ, ਬੀੜਨਾ। ਕਿਉਂਕਿ ਜ਼ਮੀਨ ਦੇ ਵਿੱਚ ਉਹ ਪਿੱਲਰ ਜਦੋਂ ਨੱਪੇ ਜਾਂਦੇ ਸਨ, ਉਸ ਵੇਲੇ ਉਹ ਤੋਪ ਬੀੜੀ ਜਾਂਦੀ ਸੀ। ਫਿਰ ਉਹਦਾ ਟਰਾਇਲ ਲਿਆ ਜਾਂਦਾ ਸੀ ਇੱਕ ਗੋਲਾ ਚਲਾ ਕੇ, ਜੇ ਉਹ ਨਹੀਂ ਹਿੱਲੀ, ਕਾਮਯਾਬ ਹੋ ਗਈ, ਅਤੇ ਫਿਰ ਪੱਕੀ ਤਰ੍ਹਾਂ ਬੀੜੀ ਗਈ। ਨਹੀਂ ਤਾਂ ਉਹਦੇ 'ਚ ਜਦੋਂ ਗੋਲਾ ਪਾਇਆ ਜਾਏ ਬਿਨਾਂ ਪਿੱਲਰ ਨੱਪਿਆਂ, ਗੋਲਾ ਅੱਗੇ ਜਾ ਕੇ ਭਾਵੇਂ 5 ਫੁੱਟ 10 ਫੁੱਟ 20 ਫੁੱਟ 'ਤੇ ਡਿੱਗੇ, ਇਹ ਤੋਪ 5 ਫੁੱਟ ਪਿੱਛੋਂ ਪਲਟ ਕੇ ਡਿੱਗੇਗੀ ਅਤੇ ਟੁੱਟ ਜਾਏਗੀ ਉਹਦੇ ਧਮਾਕੇ ਨਾਲ। ਇਸ ਕਰਕੇ ਅਕਸਰ ਅਸੀਂ ਲਫ਼ਜ਼ ਸੁਣਦੇ ਹਾਂ ਕਿ ਉਹਨਾਂ ਨੇ ਤੋਪਾਂ ਲਿਆ ਕੇ ਬੀੜ ਦਿੱਤੀਆਂ। ਇਹਨਾਂ ਨੂੰ ਬੀੜਨ ਲਈ ਉਹ ਥੜੇ ਬਣਾਏ ਜਾਂਦੇ ਸਨ। ਤਸੱਲੀ ਨਾਲ ਲੋਹੇ ਦੇ ਦੁਲਮਟਾਂ ਦੇ ਨਾਲ ਕੁੱਟ ਕੇ ਉਹਨਾਂ ਪਿੱਲਰਾਂ ਨੂੰ ਜ਼ਮੀਨ ਵਿੱਚ। ਇਸ ਤੋਪ ਦੇ ਵੀਲ ਇੰਨੇ ਜ਼ਬਰਦਸਤ, ਇੰਨੇ ਵਜ਼ਨਦਾਰ ਸਨ, ਇਹਨੂੰ ਬੀੜਨ ਦੀ ਲੋੜ ਨਹੀਂ ਸੀ। ਇਹ ਜਿੱਥੇ ਖੜੀ ਕਰ ਦਿੱਤੀ ਜਾਂਦੀ ਸੀ, ਕਹਿੰਦੇ ਸੀ ਕਿ ਬਸ ਇਹ ਜੰਮ ਗਈ ਹੈ। ਤਾਂ ਇਹਨੂੰ ਚਲਾਉਣ ਵਾਲੇ ਉਹਨਾਂ ਤੋਪਚੀਆਂ ਨੇ ਜਿਨ੍ਹਾਂ ਨੇ ਇਹਦਾ ਇਸਤੇਮਾਲ ਕੀਤਾ, ਉਹਨੇ ਇਹਨੂੰ ਨਾਂ ਦਿੱਤਾ ਜਮਜਮਾ ਤੋਪ। ਇਹ ਜਿੱਥੇ ਵੀ ਖੜੀ ਕਰ ਦਿੱਤੀ ਜਾਂਦੀ ਸੀ, ਇਹਦੇ ਵੀਲ ਇੰਨੇ ਮਜ਼ਬੂਤ ਸਨ, ਇਹ ਉੱਥੇ ਜੰਮ ਜਾਂਦੀ ਸੀ। ਉਹਨਾਂ ਨੇ ਇਹਦਾ ਨਾਂ ਦਿੱਤਾ ਜਮਜਮਾ ਤੋਪ। ਇਸ ਤੋਂ ਬਾਅਦ ਇਹ ਤੋਪ ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਤੋਂ ਵਾਪਸ ਤੁਰਿਆ, ਅਤੇ ਇਹਦੇ ਉੱਤੇ ਉਹ 11 ਮੈਂਬਰਾਂ ਦਾ ਇੱਕ ਦਸਤਾ ਤਿਆਰ ਕਰਕੇ ਇਸ ਤੋਪ ਦੀ ਹਿਫਾਜ਼ਤ ਵਾਸਤੇ ਉਹਨਾਂ ਦੀ ਡਿਊਟੀ ਲਾ ਕੇ ਇਸ ਤੋਪ ਦੀ ਲੁੱਕ ਆਫਟਰ ਕਰਨ ਵਾਸਤੇ ਛੱਡ ਕੇ ਗਿਆ। ਇਸ ਤੋਪ ਦੀ ਤਕਰੀਬਨ ਦੂਜੇ ਚੌਥੇ ਦਿਨ ਸਫਾਈ ਹੋਵੇ, ਇਹਨੂੰ ਅੱਗੇ ਪਿੱਛੇ ਤੋੜ ਕੇ ਵੇਖਿਆ ਜਾਏ, ਇਹਦੇ ਵੀਲ ਜਿਹੜੇ ਨੇ ਉਹਨਾਂ ਦਾ ਪੂਰਾ ਧਿਆਨ ਰੱਖ ਕੇ ਉਹਨਾਂ ਦੇ ਗਰੀਸ ਵਗੈਰਾ ਜੋ ਕੁਛ ਵੀ ਕੀਤਾ ਜਾਏ। ਤਾਂ ਇਹ ਬੜਾ ਚਮਕਦੀ ਸੀ ਤੋਪ, ਅਤੇ ਬੜੀ ਜ਼ਬਰਦਸਤ ਸੀ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਦਾ ਅਗਲਾ ਨਿਸ਼ਾਨਾ ਰਾਜਪੂਤਾਨਾ ਸੀ, ਅਤੇ ਰਾਜਪੂਤਾਨਾ ਕਿਲ੍ਹਿਆਂ ਨਾਲ ਭਰਿਆ ਪਿਆ ਸੀ। ਉਹਨਾਂ ਦੇ ਕਿਲ੍ਹਿਆਂ ਨੂੰ ਤੋੜਨ ਦੇ ਲਈ ਉਹਨੂੰ ਇੱਕ ਇੱਕ ਵਧੀਆ ਔਜ਼ਾਰ, ਵਧੀਆ ਹਥਿਆਰ ਪ੍ਰਾਪਤ ਹੋ ਗਿਆ। ਅਤੇ ਉਹ ਕਹਿੰਦਾ ਸੀ ਕਿ ਉਹਨਾਂ ਅੱਲ੍ਹਾ ਦਾ ਸ਼ੁਕਰ ਹੈ ਕਿ ਮੈਂ ਜਿਸ ਕੰਮ ਲਈ ਵੀ ਉਹਨੇ ਸੋਚਿਆ ਸੀ ਕਿ ਮੈਂ ਸਿੱਖਾਂ ਨੂੰ ਕੰਪਲੀਟਲੀ ਖਤਮ ਕਰ ਦੇਣਾ ਹੈ, ਅਤੇ ਕਿਵੇਂ ਕੀਤਾ ਜਾਏ ਕਿ ਸਿੱਖ ਸਾਰੇ ਇੱਕ ਥਾਂ ਇਕੱਠੇ ਕਰ ਲਏ ਜਾਣ, ਅਤੇ ਫਿਰ ਉਹਨਾਂ ਉੱਤੇ ਹਮਲਾ ਹੋਵੇ, ਚਫੇਰਿਓਂ ਘੇਰਾ ਕੱਤ ਕੇ, ਅਤੇ ਮੈਨੂੰ ਭਾਵੇਂ 2 ਦਿਨ ਲੱਗਣ, ਇੱਕ ਸਿੱਖ ਦਾ ਸਿਰ ਲਾ ਦਿਆਂ। ਅਤੇ ਸਿੱਖ ਨਾਂ ਦੀ ਜਿਹੜੀ ਕੌਮ ਇਸ ਵੇਲੇ ਦੁਨੀਆ 'ਤੇ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਕਰਕੇ ਸਾਜਿਆ, ਉਹਨੂੰ ਮੈਂ ਖਤਮ ਕਰਨ ਦਾ, ਬਿਲਕੁਲ ਧਰਤੀ ਤੋਂ ਸਿੱਖਾਂ ਨੂੰ ਖਤਮ ਕਰਨ ਦਾ ਬਾਦਸ਼ਾਹ ਬਣ ਕੇ ਵਿਖਾਵਾਂ। ਔਰ ਇਹੀ ਸਿੱਟਾ ਨਿਕਲਿਆ ਸੀ ਜਿਹੜਾ ਸਿੱਖਾਂ ਦੇ ਉੱਤੇ ਵੱਡਾ ਘੱਲੂਘਾਰਾ ਵਾਪਰਿਆ ਸੀ। ਇਤਿਹਾਸਿਕ ਰਿਪੋਰਟਾਂ ਦੇ ਮੁਤਾਬਕ 50,000 ਵਿੱਚੋਂ ਉਸ ਮੈਦਾਨੇ ਜੰਗ ਘੱਲੂਘਾਰੇ ਦੇ ਵਿੱਚ 30,000 ਸਿੱਖ ਬੱਚੇ, ਬੀਬੀਆਂ, ਬਜ਼ੁਰਗ ਉਹ ਕਤਲ ਹੋ ਗਏ ਸਨ। 50,000 ਵਿੱਚੋਂ 30,000 ਸਿੱਖ ਮਾਰੇ ਗਏ ਸਨ। ਇਹ ਉਹਦੀ ਪਲਾਨ ਸੀ ਕਿ ਕੁਦਰਤੀ ਜਦੋਂ ਉਹਦਾ ਇੱਥੇ ਮੈਸੇਜ ਪਹੁੰਚਿਆ, ਅਤੇ ਸਿੱਖ ਘਰਾਂ ਨੂੰ ਛੱਡ ਕੇ ਜਦੋਂ ਲੱਖੀ ਜੰਗਲ ਨੂੰ ਇਕੱਠੇ ਹੋ ਕੇ ਨਿਕਲੇ, ਅਤੇ ਫਿਰ ਅੱਗੋਂ ਉਹਨਾਂ ਨੇ ਘੇਰ ਲਏ। ਇਹ ਸਾਰਾ ਹਵਾਲਾ, ਇਹ ਸਾਰਾ ਜ਼ਿਕਰ, ਜਿਹੜੀ ਵੀਡੀਓ ਅੱਗੇ ਆਵੇਗੀ, ਵੱਡਾ ਘੱਲੂਘਾਰਾ ਉਹ ਵੱਖਰੀ ਹੈ, ਛੋਟਾ ਘੱਲੂਘਾਰਾ ਵੱਖਰੀ ਹੈ। ਇਹ ਸਾਰੇ ਮੇਰੇ ਉਹਨਾਂ ਦੋਸਤਾਂ, ਮਿੱਤਰਾਂ, ਵੀਰਾਂ ਦੇ ਮੈਨੂੰ ਭੇਜੇ ਹੋਏ ਹੁਕਮਨਾਮੇ ਨੇ, ਪੈਗਾਮ ਨੇ, ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਇਹ ਸਾਰੀਆਂ ਚੀਜ਼ਾਂ
ਮੇਰੇ ਗੁਰੂ ਪਿਤਾ ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਸਿੱਖ ਕੌਮ ਦੇ ਇਤਿਹਾਸ ਨੂੰ ਸੋਧਣ ਲਈ ਆਪਦੀ ਜ਼ਿੰਦਗੀ ਲਾਈ। ਉਹ ਉਰਦੂ, ਅਰਬੀ ਅਤੇ ਫਾਰਸੀ ਦੇ ਚੰਗੇ ਵਾਕਫ ਸਨ ਅਤੇ ਸਾਡਾ ਇਤਿਹਾਸ ਬਹੁਤ ਸਾਰਾ ਫਾਰਸੀ ਦੇ ਸਰੋਤਾਂ ਤੋਂ ਮਿਲਦਾ ਹੈ, ਕਿਉਂਕਿ ਸਿੱਖਾਂ ਕੋਲ ਇੰਨਾ ਸਮਾਂ ਹੀ ਨਹੀਂ ਸੀ। ਇਹਨਾਂ ਜੰਗਾਂ ਯੁੱਧਾਂ ਵਿੱਚ ਉਹ ਜੂਝਦੇ ਰਹੇ, ਉਹਨਾਂ ਨੂੰ ਤਾਂ ਸਮਾਂ ਹੀ ਨਹੀਂ ਮਿਲ ਸਕਿਆ। ਉਹ ਤਾਂ ਬਹੁਤ ਵੱਡੀ ਗਿਣਤੀ ਵਿੱਚ ਉਹ ਵਿਚਾਰਿਆਂ ਨੂੰ ਪੜ੍ਹਨ ਲਈ ਵੀ ਸਮਾਂ ਨਹੀਂ ਮਿਲਿਆ। ਵੱਡੇ ਘੱਲੂਘਾਰੇ ਦੀ ਰਿਪੋਰਟਾਂ ਦੇ ਮੁਤਾਬਕ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਉਹਨਾਂ ਵਿੱਚ ਕੇਵਲ ਅਤੇ ਕੇਵਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੈ, ਔਰ ਇਹਦੀ ਪੜ੍ਹਾਈ ਅਤੇ ਪਰਵਰਿਸ਼ ਸਾਰੀ ਦੀ ਸਾਰੀ ਸਤਿਕਾਰਯੋਗ ਮਾਤਾ ਸੁੰਦਰੀ ਜੀ ਨੇ ਦਿੱਲੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਉਹਨਾਂ ਦੇ ਕੋਲ ਜਦੋਂ ਇਹ ਲਗਾਤਾਰ 6-7 ਸਾਲ ਰਹੇ ਨੇ ਮਾਂ ਪੁੱਤਰ, ਇਹ ਸਾਰੀ ਪੜ੍ਹਾਈ ਉਸ ਜਗ੍ਹਾ ਦੇ ਉੱਤੇ ਮਾਤਾ ਸੁੰਦਰੀ ਜੀ ਹੋਰਾਂ ਕੋਲੋਂ ਕਰਕੇ ਆਏ ਨੇ। ਔਰ ਉਸ ਵੱਡੇ ਘੱਲੂਘਾਰੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਪੜ੍ਹਿਆ ਲਿਖਿਆ ਜੇ ਵਿਅਕਤੀ ਹੈ ਤਾਂ ਜੱਸਾ ਸਿੰਘ ਆਹਲੂਵਾਲੀਆ ਹੈ। ਬਾਕੀ ਬਹੁਤ ਸਾਰੇ ਵਿਚਾਰੇ ਉਹਨਾਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਸੀ ਮਿਲ ਸਕਿਆ, ਕਿਉਂਕਿ ਜੰਗਾਂ ਯੁੱਧਾਂ 'ਚੋਂ ਵੇਲ ਹੀ ਨਹੀਂ ਮਿਲਿਆ। ਤੋ ਇਹ ਸਾਡੇ ਜਿਹੜੇ ਇਤਿਹਾਸ ਨੇ ਉਹ ਸਾਡੇ ਵਿਰੋਧੀਆਂ ਵੱਲੋਂ ਉਸ ਵੇਲੇ ਜੋ ਉਹਨਾਂ ਦੀ ਜ਼ਬਾਨ ਸੀ ਫਾਰਸੀ, ਉਰਦੂ, ਅਰਬੀ, ਅੰਗਰੇਜ਼ੀ 'ਚ ਦਿੱਤੇ ਨੇ। ਇਹਨਾਂ ਨੂੰ ਸਾਰਿਆਂ ਨੂੰ ਵਾਚ ਕੇ ਸੀਤਲ ਜੀ ਨੇ ਸਿੱਖਾਂ ਨੂੰ ਸਿੱਖ ਇਤਿਹਾਸ ਦੇ ਸੋਮੇ ਨਾਮ ਦੀਆਂ 11 ਕਿਤਾਬਾਂ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਤੱਕ ਇੱਕ ਲੰਮੀ ਲੜੀ ਇਤਿਹਾਸ ਦੀ ਲਿਖ ਕੇ ਦਿੱਤੀ ਹੈ, ਜਿਹਦੀ ਜੋ ਅਨਮੋਲ ਚੀਜ਼ ਹੈ, ਜਿਹਦੇ ਵਿੱਚ ਸਾਰੀਆਂ ਚੀਜ਼ਾਂ ਸੋਧ ਕੇ ਲਿਖੀਆਂ ਗਈਆਂ ਨੇ। ਜੇ ਕਿਤੇ ਸਾਡੇ ਇਤਿਹਾਸਕਾਰਾਂ ਨੇ ਕਿਤੇ ਕੋਈ ਉਰਦੂ ਦੇ ਉਹਨਾਂ ਇਤਿਹਾਸਕਾਰਾਂ ਨੇ ਸਾਡੇ ਕਿਤੇ ਗਲਤ ਵੀ ਲਿਖਿਆ ਹੈ ਅਤੇ ਉਹਨਾਂ ਨੂੰ ਸਿੱਧਾ ਨਹੀਂ ਸਾਫ਼ ਕੀਤਾ, ਕਸਵੱਟੀ 'ਤੇ ਲਿਆ ਕੇ ਸੋਧ ਕੇ ਕੀਤਾ ਹੈ। ਇਹ ਉਹਨਾਂ ਦੀ ਬਹੁਤ ਵੱਡੀ ਦੇਣ ਸੀ ਸਿੱਖ ਕੌਮ ਨੂੰ। ਸਿੱਖ ਕੌਮ ਕੋਲ ਬਹੁਤ ਵੱਡੇ ਵਿਦਵਾਨ ਸਨ, ਗਿਆਨੀ ਸੋਹਣ ਸਿੰਘ ਸੀਤਲ, ਡਾਕਟਰ ਗੰਡਾ ਸਿੰਘ ਹੋਰੀ, ਪ੍ਰਿੰਸੀਪਲ ਸਤਬੀਰ ਸਿੰਘ ਜੀ, ਸਰਦਾਰ ਕਰਮ ਸਿੰਘ ਹਿਸਟੋਰੀਅਨ, ਮੈਂ ਹੋਰ ਵੀ ਨਾਂ ਨੇ ਜਿਨ੍ਹਾਂ ਸਤਿਕਾਰਯੋਗ ਉਹਨਾਂ ਮਹਾਨ ਵਿਅਕਤੀਆਂ ਨੇ ਸਿੱਖਾਂ ਨੂੰ ਸੋਧ ਕੇ ਇੱਕ ਇਤਿਹਾਸ ਦੇ ਵਿੱਚ ਲੈ ਕੇ ਆਉਂਦੇ। ਖੈਰ, ਮੈਂ ਆਪਣੀ ਮਜ਼ਬੂਨ 'ਤੇ ਆਵਾਂ। ਇਹ ਉਹਨਾਂ ਨੇ ਇਹਦਾ ਨਾਂ ਜਮਜਮਾ ਤੋਹਫ ਦੇ ਦਿੱਤਾ ਕਿ ਇਹਨੂੰ ਕਿਤੇ ਬੀੜਨ ਦੀ ਲੋੜ ਨਹੀਂ, ਇਹ ਏਡੀ ਜ਼ਬਰਦਸਤ ਤੋਹਫ ਬਣ ਗਈ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਤੋਹਫ ਉਹਦੇ ਲੜਕੇ ਤੈਮੂਰ ਕੋਲ ਚਲੀ ਗਈ। ਉਸ ਤੋਂ ਬਾਅਦ ਅੱਗੇ ਚਲਦਿਆਂ ਇਹ ਹਸ਼ਮਤ ਸ਼ਾਹ ਚੱਠੇ ਕੋਲ ਪਹੁੰਚ ਗਈ। ਹਸ਼ਮਤ ਸ਼ਾਹ ਚੱਠੇ ਤੇ ਉਹ ਇਸ ਨੂੰ ਅੰਮ੍ਰਿਤਸਰ ਲੈ ਆਏ। ਭੰਗੀ ਸਰਦਾਰਾਂ ਦੀ ਜਿਹੜੀ ਮਿਸਲ ਸੀ, ਜਿਹਨੂੰ ਭੰਗੀਆਂ ਵਾਲੀ ਮਿਸਲ ਕਿਹਾ ਜਾਂਦਾ ਸੀ, ਉਹ ਲਾਹੌਰ ਅਤੇ ਅੰਮ੍ਰਿਤਸਰ ਦੇ ਆਸ-ਪਾਸ ਦਾ ਸਾਰਾ ਇਲਾਕਾ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੀ ਘੇਰਾਬੰਦੀ ਕੀਤੀ, ਉਸ ਵੇਲੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਿੱਚ ਪੈ ਕੇ ਭੰਗੀ ਸਰਦਾਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੁਲ੍ਹਾ ਕਰਾਈ। ਭੰਗੀ ਸਰਦਾਰਾਂ ਨੂੰ ਖਾਲਸਾ ਰਾਜ ਵਿੱਚ ਵੱਡੇ ਰੁਤਬੇ ਦਿੱਤੇ ਗਏ ਅਤੇ ਲਾਹੌਰ ਅਤੇ ਅੰਮ੍ਰਿਤਸਰ ਖਾਲਸਾ ਰਾਜ ਦਾ ਅੰਗ ਬਣਾ ਦਿੱਤੇ ਗਏ। ਖਾਲਸਾ ਰਾਜ ਵਿੱਚ ਇਹ ਇਲਾਕਾ ਸ਼ਾਮਲ ਕਰ ਦਿੱਤਾ ਗਿਆ। ਜਦੋਂ ਇਹ ਇਲਾਕਾ ਸ਼ਾਮਲ ਕੀਤਾ ਤਾਂ ਭੰਗੀ ਸਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਤੋਹਫ ਗਿਫਟ ਕੀਤੀ, ਤੋਹਫੇ ਵਜੋਂ ਦਿੱਤੀ। ਤਾਂ ਇਸ ਤੋਹਫ ਦਾ ਉਸ ਵੇਲੇ ਨਾਮ ਭੰਗੀਆਂ ਵਾਲੀ ਤੋਹਫ ਪੈ ਗਿਆ। ਹੁਣ ਅੱਜ ਦੀ ਤਰੀਕ ਵਿੱਚ
ਚੜ੍ਹਦੇ ਪੰਜਾਬ ਜਿਹੜਾ ਪੰਜਾਬ ਦਾ ਹਿੱਸਾ ਭਾਰਤ ਵਿੱਚ ਹੈ, ਇਹਦੇ ਵਿੱਚ ਇਸ ਤੋਪ ਦਾ ਨਾਂ ਭੰਗੀਆਂ ਵਾਲੀ ਤੋਪ ਕਰਕੇ ਮਸ਼ਹੂਰ ਹੈ। ਲੇਕਿਨ ਲਹਿੰਦਾ ਪੰਜਾਬ ਜਿਹੜਾ ਪੰਜਾਬ ਦਾ ਹਿੱਸਾ ਪਾਕਿਸਤਾਨ ਵਿੱਚ ਹੈ, ਉਸ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਇਹਦਾ ਨਾਂ ਜਮਜਮਾ ਤੋਪ ਦੇ ਨਾਂ ਨਾਲ ਮਸ਼ਹੂਰ ਹੈ। ਇਹ ਤੋਪ ਅੱਜ ਵੀ ਲਾਹੌਰ ਦੇ ਦਿੱਲੀ ਦਰਵਾਜ਼ੇ ਦੇ ਬਾਹਰ ਵੱਡੇ ਚੌਂਕ ਦੇ ਵਿੱਚ ਚਬੂਤਰਾ ਬਣਾ ਕੇ ਉਹਨਾਂ ਅੰਗਰੇਜ਼ਾਂ ਨੇ ਹੈ, ਉਹ ਸਾਰਾ ਮੌਜੂਦ ਹੈ। ਇਹ 3 ਨਾਂ ਜਿਹੜੇ ਨੇ ਇਹਨੂੰ ਪ੍ਰਾਪਤ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਜਦੋਂ ਹਾਸਲ ਕੀਤਾ, ਵੱਡੀਆਂ ਵੱਡੀਆਂ ਮੁਹਿੰਮਾਂ ਦੇ ਵਿੱਚ ਇਹਨੂੰ ਵਰਤਣ ਦੀ ਲੋੜ ਪਈ, ਕਿਉਂਕਿ ਇਹਨੂੰ ਹਰ ਥਾਂ 'ਤੇ ਲਿਜਾਣਾ ਬਹੁਤ ਔਖਾ ਸੀ। ਇਹੀ ਵਜ੍ਹਾ ਸੀ ਕਿ ਅਹਿਮਦ ਸ਼ਾਹ ਅਬਦਾਲੀ ਵੀ ਇਹਨੂੰ ਕਾਬਲ ਲਿਜਾ ਨਹੀਂ ਸਕਿਆ ਸੀ, ਤਾਂ ਹੀ ਇਸ ਨੂੰ ਲਾਹੌਰ ਦੇ ਕਿਲ੍ਹੇ 'ਚ ਛੱਡ ਦਿੱਤਾ ਗਿਆ ਸੀ। ਇਹੀ ਕਾਰਨ ਸੀ ਕਿ ਵੱਡੀਆਂ ਵੱਡੀਆਂ ਮੁਹਿੰਮਾਂ ਦੇ ਵਿੱਚ ਜਿੱਥੇ ਲੋੜ ਪੈਂਦੀ ਸੀ ਉੱਥੇ ਇਹਨੂੰ ਲਿਜਾਇਆ ਜਾਂਦਾ ਸੀ, ਅਤੇ ਇਹਨੂੰ ਲਿਜਾਣ ਦੇ ਲਈ ਰਸਤੇ ਬੜੇ ਚਾਹੀਦੇ ਸੀ, ਅਤੇ ਬੜੇ ਮਤਲਬ ਤਰੱਦਤ ਦੇ ਨਾਲ ਇਹਨੂੰ ਉੱਥੇ ਪਹੁੰਚਾਇਆ ਜਾਂਦਾ ਸੀ। ਇਹ ਤੋਪ ਜਿੱਥੇ ਜਾਂਦੀ ਸੀ ਮਾਰ ਬਹੁਤ ਤਗੜੀ ਕਰਦੀ ਸੀ, ਅਤੇ ਵੱਡੇ ਤੋਂ ਵੱਡੇ ਜ਼ਬਰਦਸਤ ਕਿਲ੍ਹੇ ਦੀਆਂ ਚੀਥੜਾਂ ਉਡਾ ਦਿੰਦੀ ਸੀ। ਉਸ ਕਰਕੇ ਇਹਨੂੰ ਵਰਤਨ ਦੀ ਲੈ ਕੇ ਤਾਂ ਜਾਇਆ ਜਾਂਦਾ ਸੀ, ਲੇਕਿਨ ਲੋੜ ਪੈਣ 'ਤੇ ਕੱਢਿਆ ਜਾਂਦਾ ਸੀ, ਉਵੇਂ ਨਹੀਂ। ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਇਹਨੂੰ 1802 ਵਿੱਚ ਕਸੂਰ 'ਤੇ ਵਰਤਿਆ, ਕਿਉਂਕਿ ਕਸੂਰ ਦਾ ਕਿਲ੍ਹਾ ਬਹੁਤ ਮਜ਼ਬੂਤ ਸੀ। ਫਿਰ ਵਜ਼ੀਰਾਬਾਦ, ਸਿਆਲਕੋਟ, ਅਤੇ ਫਿਰ 1818 ਦੇ ਵਿੱਚ ਮੁਲਤਾਨ ਦਾ ਕਿਲ੍ਹਾ ਜਿਹੜਾ ਹੈ ਉਹ ਫਤਿਹ ਕਰਨ ਵਾਸਤੇ ਇਸ ਨੂੰ ਵਰਤਿਆ ਗਿਆ। ਮੁਲਤਾਨ ਦੀ ਜੰਗ ਇੱਕ ਵੱਖਰਾ ਪ੍ਰਸੰਗ ਹੈ, ਜੋ ਉਹਦੀ ਇੱਕ ਵੀਡੀਓ ਤਿਆਰ ਹੋ ਚੁੱਕੀ ਹੈ, ਉਹ ਵੀ ਛੇਤੀ ਜਾਰੀ ਕੀਤੀ ਜਾਏਗੀ। ਉਹਦੇ ਵਿੱਚ ਵੀ ਇਸ ਤੋਪ ਦਾ ਫਿਰ ਜ਼ਿਕਰ ਆਏਗਾ। ਇਹ ਤੋਪ ਜਦੋਂ ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਨੇ ਬਗਾਵਤ ਕਰ ਦਿੱਤੀ, ਅਤੇ ਬਗਾਵਤ ਕਰਨ ਦਾ ਉਹਦਾ ਕਾਰਨ ਇਹ ਬਣਿਆ ਕਿ ਉਹਦੇ ਕੋਲ 2-3 ਜ਼ਬਰਦਸਤ ਕਿਲ੍ਹੇ ਸੀ ਜਿਹੜੇ ਕਿਸੇ ਵੀ ਤੋਪ ਦੇ ਵੱਸੋਂ ਬਾਹਰ ਸੀ, ਉਹ ਤੋੜੇ ਨਹੀਂ ਜਾ ਸਕਦੇ ਸੀ, ਅਤੇ ਕਿਲ੍ਹੇ ਏਡੇ ਵੱਡੇ ਖੁੱਲ੍ਹੇ ਡੁੱਲੇ ਸੀ ਕਿ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜ ਅਤੇ ਉਹਦੇ ਚਬਾਰਿਆਂ ਦੇ ਉੱਤੇ ਉਤਲਿਆ ਚਬੂਤਰਿਆਂ ਦੇ ਉੱਤੇ ਤੋਪਾਂ ਚੜ੍ਹ ਜਾਂਦੀਆਂ ਸਨ, ਅਤੇ ਉਹਦੇ ਉੱਤੇ ਚੰਗੀਆਂ ਬਰੂਦ ਇਕੱਠਾ ਕਰਕੇ ਕਿਲ੍ਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦੀ ਅਧੀਨਗੀ ਤੋਂ ਇਨਕਾਰੀ ਹੋ ਗਿਆ, ਅਤੇ ਉਹਨੇ ਬਗਾਵਤ ਦਾ ਝੰਡਾ ਚੁੱਕ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਸ਼ਹਿਜ਼ਾਦਾ ਰਾਹੀਂ ਉੱਥੇ ਚੜ੍ਹਾਈ ਕੀਤੀ। ਹਰੀ ਸਿੰਘ ਨਲੂਆ ਹੋਰੀ ਗਏ, ਲੇਕਿਨ ਉਹਨਾਂ ਨੇ ਪੇਸ਼ ਨਾ ਜਾਣ ਦਿੱਤੀ। ਮੈਂ ਮੁਕਤਸਰ ਅਰਜ਼ ਕਰਾਂ ਕਿ ਮੁੜ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਜਥੇਦਾਰ ਅਕਾਲੀ ਫੂਲਾ ਸਿੰਘ ਹੋਰਾਂ ਕੋਲ ਆਏ, ਜਦੋਂ ਅਕਾਲੀ ਫੂਲਾ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਆਪਦੀ ਫੌਜ ਲੈ ਕੇ ਆਖਰੀ ਵਾਰ ਮਗਰ ਕੂਚ ਕੀਤੇ, ਉਦੋਂ ਇਹ ਤੋਪ ਨੂੰ ਅੰਮ੍ਰਿਤਸਰ ਤੋਂ ਲਿਜਾ ਕੇ ਉੱਥੇ ਲਿਜਾਇਆ ਗਿਆ, ਕਿਉਂਕਿ ਉੱਥੋਂ ਖਬਰਾਂ ਹੀ ਆ ਰਹੀਆਂ ਸਨ ਕਿ ਕਿਲ੍ਹੇ ਦੇ ਵਿੱਚੋਂ ਇੰਨੀ ਅੱਗ ਭਰਾਈ ਜਾ ਰਹੀ ਹੈ ਕਿ ਦਲਾਂ ਦੇ ਮੂੰਹ ਪਵਾ ਦਿੱਤੇ ਜਾਂਦੇ ਨੇ, ਅਤੇ ਫੌਜ ਜਿੰਨੀ ਗਾਂਹ ਵੱਧਦੀ ਸਾਰੀ ਦੀ ਸਾਰੀ ਮਾਰੀ ਜਾਂਦੀ ਹੈ, ਫਿਰ ਪਿੱਛਾ ਮੁੜਦੀ। ਇਹ ਜਦੋਂ ਤੋਪ ਪਹੁੰਚੀ ਉੱਥੇ, ਜਥੇਦਾਰ ਅਕਾਲੀ ਫੂਲਾ ਸਿੰਘ ਨੇ ਪੂਰਾ ਗੇੜਾ ਕੱਢ ਕੇ ਕਿਲ੍ਹੇ ਨੂੰ ਬਾਹਰੋਂ ਵਾਚਿਆ। ਵਾਜਦਿਆਂ ਘੁੰਮਦਿਆਂ 7 ਦਰਵਾਜ਼ੇ ਸਨ ਉਸ ਕਿਲ੍ਹੇ ਦੇ, ਲੇਕਿਨ ਕਿਲ੍ਹੇ ਦਾ ਜਿਹੜਾ ਖਿਜਰੀ ਦਰਵਾਜ਼ਾ ਸੀ, ਉਹਦੇ 'ਤੇ ਜਦੋਂ ਉਹਨਾਂ ਨੇ ਵੇਖਿਆ ਕਿ ਇਹ ਦੀਵਾਰ ਜਿਹੜੀ ਹੈ, ਇਹਦੇ 'ਤੇ ਅਗਰ ਜੇ ਭੰਗੀਆਂ ਵਾਲੀ ਤੋਪ ਦੇ ਕੁਝ ਗੋਲੇ ਸੁੱਟੇ ਜਾਣ ਤੇ ਇਹਦੇ 'ਤੇ ਆਸ ਕੀਤੀ ਜਾ ਸਕਦੀ ਕਿ ਤੋੜੀ ਜਾ ਸਕਦੀ। ਫਿਰ ਇਹ ਭੰਗੀਆਂ ਵਾਲੀ ਤੋਪ ਨੂੰ ਉੱਥੇ ਲਿਜਾ ਕੇ ਖੜਾ ਕੀਤਾ ਗਿਆ। ਇਹ ਏਡਾ ਲੰਮਾ ਸਫ਼ਰ ਸੀ, ਜਦੋਂ ਇਹਨੂੰ ਦਰਿਆ ਅਟਕ ਦੇ ਵਿੱਚੋਂ ਕੱਢਣਾ ਪਿਆ, ਇਹਦੇ ਇੱਕ ਲੇਕਿਨ ਵੀਲ ਇਹਦਾ ਸਾਥ ਛੱਡ ਗਿਆ।
ਇਹ ਸ਼ਾਹ ਨਜ਼ੀਰ ਦੀ ਬਣਾਈ ਹੋਈ ਸੀ। ਇਹਨੂੰ ਆਮ ਛੋਟਾ ਮੋਟਾ ਕਾਰੀਗਰ ਇਹਨੂੰ ਰਿਪੇਅਰ ਵੀ ਨਹੀਂ ਕਰ ਸਕਦਾ ਸੀ। ਅਤੇ ਜੋ ਮਾਹੌਲ ਸੀ ਉਸ ਵੇਲੇ ਜੰਗ ਦਾ, ਉਹਦੇ ਵਿੱਚ ਕੋਈ ਇੰਨੇ ਵੱਡੇ ਕਾਰੀਗਰ ਵੀ ਨਹੀਂ ਸਨ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਅਤੇ ਸਾਰਾ ਕੁਛ ਉਹ ਬਾਹਰੋਂ ਆਉਂਦਾ ਸੀ, ਲੈ ਕੇ ਹੀ ਆਉਂਦਾ ਸੀ। ਇਹਨਾਂ ਕੋਲ ਇਹੋ ਜਿਹੇ ਕਾਰੀਗਰ ਨਹੀਂ ਸਨ ਕਿ ਜਿਹੜਾ ਉਸਨੂੰ ਇੱਕਦਮ ਧਾਤ ਦਾ ਵੀਲ ਬਣਾ ਕੇ ਉਹਨੂੰ ਲਾ ਸਕਣ। ਉਹਨੂੰ ਇੱਕ ਇੱਟਾਂ ਦੇ ਪੱਥਰਾਂ ਦੇ ਥੜੇ 'ਤੇ ਲਾ ਕੇ ਉਹਨੂੰ ਖੜਾ ਕਰ ਦਿੱਤਾ ਗਿਆ। ਅਕਾਲੀ ਫੂਲਾ ਸਿੰਘ ਨੇ ਤੋਪਚੀਆਂ ਨੂੰ ਹੁਕਮ ਦਿੱਤਾ ਕਿ ਇਸ ਜਗ੍ਹਾ 'ਤੇ ਨਿਸ਼ਾਨਾ ਬਣਾ ਕੇ 5 ਗੋਲੇ ਸੁੱਟੇ ਜਾਣ ਅਤੇ ਇਹ ਦੀਵਾਰ ਡਿੱਗਣ ਦੀ ਮੈਨੂੰ ਆਸ ਹੈ। ਪਰ ਵਾਪਰਿਆ ਕੀ ਕਿ 3 ਗੋਲੇ ਸੁੱਟਣ ਤੋਂ ਬਾਅਦ ਉਹ ਵੀਲ ਜਵਾਬ ਦੇ ਗਿਆ ਅਤੇ ਉਹ ਟੁੱਟ ਗਿਆ। ਹੁਣ ਉਹ ਕਿਸੇ ਤਰੀਕੇ ਨਾਲ ਬੈਲੈਂਸ 'ਚ ਨਹੀਂ ਆ ਰਹੀ, ਪਰ ਦੀਵਾਰ 'ਚ ਕਰੈਕ ਆ ਗਿਆ, ਦੀਵਾਰ 'ਚ ਦਰਾੜ ਪੈ ਗਈ। ਉਹ ਮੰਗ ਕਰਦੀ ਹੈ ਕਿ ਜੇ 2-3 ਗੋਲੇ ਹੋਰ ਸੁੱਟੇ ਜਾਣ ਅਤੇ ਉਹ ਡਿੱਗ ਪਏਗੀ। ਅਤੇ ਉਸ ਪਾੜ ਥਾਣੀ ਲੰਘ ਕੇ ਫਿਰ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਫੌਜ ਸੀ, ਕਿਲ੍ਹੇ ਦੇ ਅੰਦਰ ਕੋਈ ਐਡੀ ਜ਼ਬਰਦਸਤ ਫੌਜ ਨਹੀਂ ਸੀ। ਉਹਨਾਂ ਕੋਲੋਂ ਮੁੜ ਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਮੁਕਾਬਲਾ ਨਹੀਂ ਹੋਣਾ ਸੀ। ਇਸ ਕਰਕੇ ਕਿਲ੍ਹੇ ਦੇ ਅੰਦਰ ਜਾਣਾ ਹੀ ਇੱਕ ਵਾਰੀ ਬਹੁਤ ਔਖਾ ਸੀ। ਉਸ ਤੋਂ ਬਾਅਦ ਤਾਂ ਜਿੱਤ ਸੀ, ਲੇਕਿਨ ਉਹ ਪਾੜ ਬਣ ਨਾ ਸਕਿਆ। ਵਾਪਰਿਆ ਕਿ ਮੁਲਤਾਨ ਵਿੱਚ ਭੇਜਿਆ ਸੀ, ਉਹ ਰੋਜ਼ ਦੀ ਉਹਨੂੰ ਰਿਪੋਰਟ ਦਿੰਦਾ ਸੀ। ਉਹਦਾ ਨਾਮ ਸੀ ਗੁਲਾਮ ਜ਼ੈਲਾਨੀ। ਉਹ ਇਤਿਹਾਸਕਾਰ ਸੀ, ਉਹ ਲਿਖਦਾ ਵੀ ਸੀ। ਉਹ ਜਦੋਂ CID ਕਰਨ ਵਾਸਤੇ ਸੂਈਆ ਬਣ ਕੇ ਸਿੱਖ ਫੌਜਾਂ 'ਚ ਘੁੰਮ ਰਿਹਾ ਸੀ, ਅਤੇ ਸਿੱਖਾਂ ਦਾ ਇੱਕ ਵੱਖਰੀ ਕਿਸਮ ਦਾ ਕਲਚਰ, ਉਹਦੇ ਬਾਰੇ ਉਹ ਰੋਜ਼ ਉਹਦੇ ਪਰਚੇ ਵੀ ਲਿਖਦਾ ਸੀ। ਉਹ ਕਹਿੰਦਾ ਕਿ ਮੈਂ ਘੁੰਮਦਾ ਜਦੋਂ ਇੱਕ ਥਾਂ ਗਿਆ ਅਤੇ ਉੱਥੇ ਕੁਛ ਬੰਦਿਆਂ ਦਾ ਹਜੂਮ ਸੀ। ਉਹ ਆਪਸ ਵਿੱਚ ਲੜ ਰਹੇ ਸੀ ਉੱਚੀ ਬੋਲ ਕੇ, ਜੰਗ ਚੱਲਦੀ ਦੇ ਦਰਮਿਆਨ। ਕਹਿੰਦਾ ਮੈਂ ਉੱਥੇ ਖਲੋ ਗਿਆ ਵੀ ਵੇਖਾਂ ਲੜਾਈ ਕਾਹਦੀ। ਅਤੇ ਕਹਿੰਦਾ ਮੈਂ ਵੇਖਿਆ ਕਿ ਤੋਪ ਚਲਾਉਣ ਵਾਲੇ ਤੋਪਚੀ ਨੇ ਇਹ ਗੱਲ ਕਹੀ ਹੈ ਕਿ ਇਹਦਾ ਵੀਲ ਟੁੱਟ ਗਿਆ, ਇਹਦਾ ਪਹੀਆ ਟੁੱਟ ਗਿਆ। ਹੁਣ ਪਹੀਆ ਤਾਂ ਬਣ ਨਹੀਂ ਸਕਣਾ, ਨਾ ਇੱਥੇ ਕੋਈ ਹੋਰ ਇਹਦਾ ਤਰੀਕਾ ਹੈ ਕਿ ਇਹਨੂੰ ਆਪਾਂ ਬੈਲੈਂਸ ਕਰੀਏ। ਇਹਨੂੰ ਬੈਲੈਂਸ ਕਰਨ ਦੇ ਲਈ 2 ਬੰਦੇ, 2 ਜਵਾਨ ਤਗੜੇ ਇਹਦੇ ਇਸ ਧੁਰੇ ਦੇ ਥੱਲੇ ਮੋਢਾ ਦੇ ਕੇ ਇਹਨੂੰ ਖੜਾ ਕਰ ਦੇਣ ਅਤੇ ਇਹ ਬੈਲੈਂਸ 'ਚ ਆ ਜਾਏਗੀ ਅਤੇ ਫਿਰ ਗੋਲਾ ਚੱਲ ਸਕਦਾ ਹੈ। ਲੇਕਿਨ ਜਦੋਂ ਇਹਦਾ ਗੋਲਾ ਚੱਲੇਗਾ, ਉਹਨਾਂ 2 ਨੌਜਵਾਨਾਂ ਦੇ ਚੀਥੜੇ ਮੀਲਾਂ ਤੱਕ ਉੱਡ ਜਾਣਗੇ, ਉਹ ਮੁੜ ਕੇ ਲੱਭ ਨਹੀਂ ਸਕਣਗੇ। ਅਤੇ ਲੜਾਈ ਇਸ ਗੱਲ ਦੀ ਸੀ ਕਿ ਤੋਪ ਵਿੱਚ ਉਹ ਸਿੰਘ ਲੜ ਰਹੇ ਸਨ ਕਿ ਪਹਿਲਾਂ ਮੈਨੂੰ ਖੜਾ ਕਰੋ, ਦੂਜੇ ਕਹਿ ਰਹੇ ਸਨ ਮੈਨੂੰ ਖੜਾ ਕਰੋ, ਤੀਜੇ ਕਹਿ ਰਹੇ ਸਨ ਮੈਨੂੰ ਖੜਾ ਕਰ। ਜੋੜੀਆਂ ਬਣਾ ਕੇ ਉਹ ਤੋਪ ਜਨਾਨੀ ਕਹਿੰਦਾ ਕਿ ਮੈਂ ਹੈਰਾਨ ਹੋ ਗਿਆ, ਵਿਰੋਧੀ ਬਣ ਕੇ ਆਇਆ ਸਾਂ ਕਿ ਸਿੱਖਾਂ ਦੀ ਸ਼ਹਾਦਤ ਦੇ ਜਜ਼ਬੇ ਨੂੰ ਵੇਖ ਕੇ ਕਹਿੰਦਾ ਕਿ ਮੈਂ ਉਸ ਰੱਬ ਨੂੰ ਯਾਦ ਕੀਤਾ ਕਿ ਜਾ ਖੁਦਾ, ਇੱਕ ਸਿੱਖ ਕਿਸ ਮਿੱਟੀ ਦਾ ਬਣਿਆ, ਇਸ ਨੂੰ ਬਣਾਉਣ ਵਾਲਾ ਉਹ ਗੁਰੂ ਕਿੱਡੀ ਕੁ ਘਾਲਣਾ ਘਾਲ ਕੇ ਇਸ ਵਜੂਦ ਨੂੰ ਖੜਾ ਕਰ ਗਿਆ ਕਿ ਇਹ ਮਰਨ ਵਾਸਤੇ ਲੜਦੇ ਪਏ ਨੇ। ਇਹਨਾਂ ਨੂੰ ਤਾਂ ਲੜਨਾ ਚਾਹੀਦਾ ਸੀ ਕਿ ਇਹਨਾਂ ਨੇ ਜਿਨ੍ਹਾਂ ਦੀ ਡਿਊਟੀ ਆਉਂਦੀ ਹੈ ਥੱਲੇ ਖੜੋਣ ਦੀ, ਉਹ ਆਖੇ ਮੇਰੀ ਬਜਾਏ ਇਹਨੂੰ ਖੜਾ ਕਰੋ। ਇਹਨਾਂ ਨੂੰ ਤਾਂ ਭੱਜਣਾ ਚਾਹੀਦਾ ਸੀ। ਇਹ ਕਹਿੰਦੇ ਪਏ ਨੇ ਮੈਨੂੰ ਪਹਿਲ ਦਿਓ, ਦੂਜਾ ਕਹਿੰਦਾ ਮੈਨੂੰ ਪਹਿਲ ਦਿਓ। ਉੱਥੇ ਪਹਿਲ ਵਿੱਚ ਕੋਈ ਇਨਾਮ ਮਿਲਣਾ, ਉੱਥੇ ਤਾਂ ਮੌਤ ਪ੍ਰਾਪਤ ਹੋਣੀ। ਇਹ ਮੌਤ ਪ੍ਰਾਪਤ ਕਰਨ ਲਈ ਲੜ ਰਹੇ ਨੇ, ਇਹਨਾਂ ਦਾ ਮੁਕਾਬਲਾ ਕੌਣ ਕਰੇਗਾ। ਕਹਿੰਦਾ ਕਿ ਮੈਂ ਇੰਨਾ ਕੁ ਪ੍ਰਭਾਵਿਤ ਹੋਇਆ,
आखिर उस तोपची ने सारे नूं कहा ठहरो। उन्हें कहा कि आप 17 बंदे ते तैनात हाँ, सीनियोरिटी के मुताबिक मैं लिस्ट बना लेना। सीनियोरिटी के मुताबिक जिमें जिमें तुसीं इस ड्यूटी ते आए हो, सीनियर जिहड़ा है पहलों ਉਹਦੀ वारी, फिर दूजे की, फिर तीजे की, जिमें जिमें सीनियोरिटी जिमें जिमें तुहाडी इहदे ते ड्यूटी आई उवें उवें इहदे ते चलेगी। सब तो पहला एक बंदा अगे लग्या, कहता जी मैं सब तो सीनियर हाँ। वो वेख्या गया वो सीनियर, उन्हें कहा भी तू आपकी मर्जी का जिहड़ा मर्जी बंदा ले सकते हैं। उन्हें उस 17 बंदियां विचों एक आपदा हम ख्याल बंदा ले लिया। दो ने कहता मेरे सामने जो मोढा दिता, तोपची ने ਉਹਦੇ ਵਿੱਚ 50 किलो बरूद सुटिया। ਜਦੋਂ ਤੋਪ ਚੱਲੀ ਸਾਰੀਆਂ ਕੰਧਾਂ ਕੰਬ ਗਈਆਂ, ਧਮਕ ਨਾਲ ਸਾਰੀਆਂ ਕੰਧਾਂ ਕੰਬੀਆਂ। ਇਹ ਕਹਿੰਦਾ ਉਹ ਜਿਹੜੇ 2 ਜਵਾਨ ਜਿਨ੍ਹਾਂ ਨੇ ਮੋਢਾ ਦਿੱਤਾ ਸੀ ਨਾ, ਉਹਨਾਂ ਦਾ ਪਤਾ ਹੀ ਨਹੀਂ ਲੱਗਾ ਕਿੱਥੇ ਉੱਡ ਗਏ। ਉਹਦੇ ਚੀਥੜੇ ਬੋਟੀਆਂ ਦਾ ਪਤਾ ਹੀ ਨਹੀਂ ਲੱਗਾ। ਉਸ ਤੋਂ ਬਾਅਦ ਫਿਰ अगली जोड़ी तैयार हुई। उस तो बाद फिर अगली जोड़ी जो कहता 5वीं जोड़ी तैयार हुई ना, तो उहदे विच मैं आके मोढा दे दिता। उन्हें पूछा तू सीनियर नहीं सी, वारी तो यही है। उन्होंने मैनू वो चो जो बाहर कढ़िया, कहता मैं कुछ चिर खलो के सोचिया कि ये जिहड़ा बेनज़ीर घटना मेरी अखां दे सामने वापर रही है, इहदा किसी नूं भी नहीं पता। ये 17 दे 17 बंदे खत्म हो जाणगे, पता ही नहीं लगना किवें खत्म होए। ते गुलाम जलानी तू कलम दा धनी है, तू लिख सकना है। तू इत्थे जान वारन दी बजाए कलम चला ते इन्हां होण वाले शहीदां नूं अमर कर जा सदा वास्ते। ते गुलाम जलानी ने वो शहीद होने वाले बंदियां दे नां पुछ के बकायदा नां लिख के उन्हें 17 बंदियां दी लिस्ट बनाई, ਜਿਹੜੇ उस तोप दे थल्ले खलो के 5 गोलियां दे विच शहीद होए। कुछ बच भी गए। जदों ये पाड़ पिया तोप दा, तो फिर बाबा फूला सिंह अकाली होरां दे जथे ने अंदर वध के वो किवें उस नूं फतेह कीता, वो सारा कुछ आपां मुल्तान दी जंग विचों उस वीडियो विचों लवांगे। इत्थे क्योंकि गल तोप दी हो रही सी, तो वो तोप दे पाड़े बारे जदों लिखिया, जदों किला फतेह हो गया तो महाराजा रणजीत सिंह तो किले दे अंदर पहुँचे, उन्होंने एक पूरा दरबार लाया। तो फिर गुलाम जलानी कहता कि मैं उहदे पूरे मुस्लिम लिबास विच आग्या मंग के महाराजा रणजीत सिंह दे रूबरू, ते मैं नवाब मुजफ्फर खान वालों तुहाडी फौज दा सूहिया बन के, उहदे वल्लों सूहिया बन के तुहाडी फौज दी रिपोर्ट उन्होंने दिंदा सा। ते आ घटना जिहड़ी मेरे सामने वापरी, उहदे तो मैं इन्ना क प्रभावित होया कि मैं सारा कुछ छड्ड दिता। ते मैं आ एक किताब लिखी है, उहदे उत्ते लिखिया सी जंगनामा ए मुल्तान। वो किताब उन्हें कहा कि मैं तुहानूं भेंट करनी है, तुसीं किरपा करके मेरे को जंगनामा लै लो। उस तो बाद तुसीं बादशाह हो, मैं आपदा जुल्म कबूल कर लिया, तुसीं जो मैनूं सज़ा देनी चाहो मैं हाज़र है। महाराजा रणजीत सिंह मुस्कराए, किताब नूं लिया। उन्हां विच जदों उन्हां शहीदां दे नाम पढ़े, महाराजे दी अखां चों खून उतर आया। महाराजे रणजीत सिंह ने खड़ो के गुरु नानक देव गुरु गोबिंद सिंह जी महाराज जी के चरणों च अरदास की कि जा सच्चे पातशाह बाजां वालिया, ये किहड़ा जज्बा इन्हां दे विच सिखां च तूं भर गया। मैं वो इन्हां दी देन नहीं दे सकदा, मैं इन्हां दा शुक्रगुजार तां हो सकदा, पर एडी वड्डी कुर्बानी जिहड़ी वो कर गुजरे ने उनका मैं बदल नहीं दे सकता, उनका बदला नहीं दे सकता। फौजी सिपाही लड़ के मारेगा ते मरेगा, ते बिना लड़िया किसी तोप दे अगे खड़ो के या तोप दे धुरे नूं चुक के जान दे देनी, ये
ਸਕਦਾ ਹੈ। ਅੱਜ ਵੀ ਇਸ ਕੌਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੰਨੀ ਕੁ ਕਿਰਪਾ ਹੈ ਕਿ ਸਿੱਖ ਜੇ ਕਿਸੇ ਵੀ ਮਿਸ਼ਨ ਦੇ ਵਿੱਚ ਬਹੇਗਾ ਤੇ ਉਹ ਸੱਚੇ ਸੁੱਚੇ ਦਿਲੋਂ ਹੋ ਕੇ ਬਵੇਗਾ ਤੇ ਉਸ ਮਿਸ਼ਨ ਤੋਂ ਭਾਵੇਂ ਉਹਨੂੰ ਮੌਤ ਆ ਜਾਵੇ ਉਹ ਮਰ ਮਿਟੇਗਾ, ਪਿੱਛੇ ਨਹੀਂ ਹਟੇਗਾ। ਇਸ ਕਰਕੇ ਇਸ ਤੋਹਫ ਨੇ ਮੁੜ ਕੇ ਇਸ ਨੂੰ ਵਾਪਸ ਲੈ ਆਂਦਾ, ਲਾਹੌਰ 'ਚ ਖੜ੍ਹਾ ਕੀਤਾ ਗਿਆ। ਜਦੋਂ ਅਸੀਂ ਗੁਲਾਮ ਹੋਏ, ਸਾਡੇ ਲਾਹੌਰ ਦੇ ਕਿਲ੍ਹੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ। ਉਹਨਾਂ ਅੰਗਰੇਜ਼ਾਂ ਨੇ ਉਸ ਯੁੱਗ ਵਿੱਚ ਉਹਨਾਂ ਤੋਹਫਾਂ ਦੀ ਲੋੜ ਨਾ ਸਮਝੀ। ਇਹਦੀ ਮੁੜ ਕੇ ਦੁਬਾਰਾ ਕੋਈ ਮੁਰੰਮਤ ਅਤੇ ਰਿਪੇਅਰ ਨਾ ਹੋ ਸਕੀ। ਇਸ ਤੋਹਫ ਨੂੰ ਫਿਰ ਇੱਕ ਸ਼ੋਅ ਪੀਸ ਵਜੋਂ ਅੰਗਰੇਜ਼ਾਂ ਨੇ ਬੜੇ ਧਿਆਨ ਨਾਲ ਇਸ ਨੂੰ ਇੱਕ ਚਬੂਤਰਾ, ਇੱਕ ਗੋਲ ਚੱਕਰ ਚੌਂਕ ਬਣਾ ਕੇ ਲਾਹੌਰ ਦੇ ਦਿਹਲੀ ਦਰਵਾਜ਼ੇ, ਲਾਹੌਰ ਦੇ ਕਿਲ੍ਹੇ ਦੇ ਦਿਹਲੀ ਦਰਵਾਜ਼ੇ ਦੇ ਬਾਹਰ ਇੱਕ ਸ਼ਿੰਗਾਰ ਵਜੋਂ ਸ਼ਿੰਗਾਰ ਕੇ ਇੱਕ ਯਾਦਗਾਰ ਵਜੋਂ ਖੜ੍ਹਾ ਕੀਤਾ ਹੈ। ਇਹ ਤੋਹਫ ਅੱਜ ਵੀ ਸਾਡੇ ਕੋਲ ਮੌਜੂਦ ਹੈ। ਸਾਡੇ ਲਹਿੰਦੇ ਪੰਜਾਬ 'ਚ ਇਹ ਲਾਹੌਰ ਦੇ ਉਸ ਚੌਂਕ ਦਾ ਸ਼ਿੰਗਾਰ ਹੈ। ਇਸ ਦੇ ਕੋਲ ਇਸ ਤੋਹਫ ਦੀ ਆਪਦੀ ਪ੍ਰਸਿੱਧੀ ਦੀ ਕਰਾਮਾਤ ਵੇਖੋ ਕਿ ਕਹਿੰਦੇ ਨੇ ਕਿ ਉਸ ਲਾਹੌਰ ਦੇ ਉਸ ਚੌਂਕ ਦਾ ਨਾਮ ਦਿੱਲੀ ਦਰਵਾਜ਼ੇ ਵਾਲਾ ਚੌਂਕ ਚੱਲਦਾ ਸੀ। ਲਾਹੌਰ ਦੇ ਕਿਲ੍ਹੇ ਦੇ ਦਿੱਲੀ ਦਰਵਾਜ਼ੇ ਵਾਲੇ ਚੌਂਕ ਦਾ ਉਹਦਾ ਨਾਂ ਸੀ ਦਿੱਲੀ ਦਰਵਾਜ਼ੇ ਵਾਲਾ ਚੌਂਕ। ਅਤੇ ਜਦੋਂ ਇਹ ਤੋਹਫ ਦਾ ਚਬੂਤਰਾ ਬਣਾ ਕੇ ਇਹਨੂੰ ਉੱਥੇ ਰੱਖਿਆ ਗਿਆ ਨਾ, ਅਤੇ ਉਹ ਦਿੱਲੀ ਦਰਵਾਜ਼ੇ ਦੀ ਬਜਾਏ ਇਸ ਚੌਂਕ ਦਾ ਨਾਂ ਉਸ ਚੌਂਕ ਨੂੰ ਵੀ ਆਪਦੇ ਨਾਮ 'ਤੇ ਕਰ ਲਿਆ ਹੈ। ਇਹ ਉਹ ਤੋਹਫ ਹੈ ਜਿਹਦਾ ਜ਼ਿਕਰ ਮੈਂ ਆਪ ਜੀ ਦੇ ਨਾਲ ਕੀਤਾ। ਇਹ ਅਕਸਰ ਲੇਖ ਛਪੇ ਸਨ ਅਤੇ ਮੇਰੇ ਵੀਰਾਂ ਨੇ, ਮੇਰੇ ਭਰਾਵਾਂ ਨੇ, ਮੇਰੇ ਸਰੋਤਿਆਂ ਕਦਰਦਾਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਇਹ ਇੱਕ ਬੜੀ ਵਧੀਆ ਖੋਜ ਭਰਪੂਰ ਗੱਲ ਹੈ ਜਿਹੜੀ ਸੰਗਤਾਂ ਤੱਕ ਜਾਣੀ ਚਾਹੀਦੀ ਹੈ ਕਿ ਅਕਸਰ ਲੋਕ ਹਰ ਸਾਲ ਦੇਸ਼ਾਂ ਵਿਦੇਸ਼ਾਂ 'ਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਵਾਸਤੇ ਪਾਕਿਸਤਾਨ ਪਹੁੰਚਦੇ ਨੇ। ਉਹ ਲਾਹੌਰ ਦਾ ਕਿਲ੍ਹਾ ਵੀ ਵੇਖਦੇ ਨੇ, ਉਹ ਤੋਹਫ ਵੀ ਵੇਖਣਗੇ, ਲੇਕਿਨ ਤੋਹਫ ਦੀ ਜਾਣਕਾਰੀ ਕੌਣ ਦੇਵੇਗਾ? ਤੁਸੀਂ ਇਹ ਚੀਜ਼ ਦੀ ਵੀਡੀਓ 'ਚ ਦੇ ਦਿਓਗੇ ਅਤੇ ਆਲ ਓਵਰ ਵਰਲਡ ਦੇ ਵਿੱਚ ਉਸ ਤੋਹਫ ਦੀ ਜਾਣਕਾਰੀ ਵੀ ਜਾਏਗੀ ਅਤੇ ਉਹਨੂੰ ਸਪੈਸ਼ਲ ਵੇਖਿਆ ਵੀ ਜਾਏਗਾ ਅਤੇ ਉਹਦੀ ਕਦਰ ਵੀ ਵਧੇਗੀ। ਇੰਨਾ ਕੁ ਉਪਰਾਲਾ ਤੁਸੀਂ ਕਰ ਦਿਓ ਕਿਉਂਕਿ ਉਸ ਤੋਹਫ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦੇ ਕੇ ਵੱਡੇ ਵੱਡੇ ਕਿਲ੍ਹੇ ਜਿੱਤ ਕੇ ਖਾਲਸਾ ਰਾਜ ਦਾ ਅੰਗ ਬਣਾਏ ਸਨ ਅਤੇ ਉਸ ਤੋਹਫ ਦੇ ਲਈ ਅਸੀਂ ਵੀ ਇੰਨਾ ਕੁਛ ਕਰ ਦਈਏ, ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ। ਮੈਂ ਉਹਨਾਂ ਵੀਰਾਂ ਦਾ ਇਸ ਗੱਲ 'ਤੇ ਕਦਰ ਕਰਦਾ ਹੋਇਆ ਉਹਨਾਂ ਨੂੰ ਸਲੂਟ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਪ੍ਰੇਰਨਾ ਦੇ ਕੇ ਇਸ ਤੋਹਫ ਬਾਰੇ ਵੀ ਜ਼ਿਕਰ ਕਰਨ ਦੀ ਆਪ ਜੀ ਲਈ ਹੁਕਮ ਲਾਇਆ। ਮੈਨੂੰ ਆਸ ਹੈ ਕਿ ਆਪ ਜੀ ਨੂੰ ਇਹ ਸਾਰਾ ਇਤਿਹਾਸ ਠੀਕ ਲੱਗੇਗਾ, ਚੰਗਾ ਲੱਗੇਗਾ। ਅੰਤ ਵਿੱਚ ਮੈਂ ਸਾਰਿਆਂ ਵੀਰਾਂ ਨੂੰ ਫੇਰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਇਹ ਸਾਰੀਆਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਪਹੁੰਚਾਓ। ਇਤਿਹਾਸ ਪੜ੍ਹਨ ਤੋਂ ਵਾਂਝੇ ਨੇ, ਲੇਕਿਨ ਉਹ ਇਹ ਚੀਜ਼ ਨੂੰ ਸੁਣ ਕੇ ਆਪਦੇ ਅੰਦਰ ਆਪਦੇ ਵਿਰਸੇ ਨੂੰ ਯਾਦ ਰੱਖਣਗੇ ਤਾਂ ਸਿੱਖਾਂ ਦੀ ਚੜ੍ਹਦੀ ਕਲਾ ਸਦਾ ਬਣਦੀ ਰਹੇਗੀ। ਇਹ ਸਾਡਾ ਵਿਰਸਾ ਹੈ, ਇਹਨੂੰ ਮੈਂ ਅੱਗੇ ਪਹੁੰਚਾਉਣ ਦਾ ਯਤਨ ਕਰ ਰਿਹਾ ਹਾਂ। ਇਹ ਮੇਰੀ ਦਾਸ ਦੀ ਨਿਮਾਣੀ ਦੀ ਕੋਸ਼ਿਸ਼ ਹੈ। ਇੱਥੇ ਹੀ ਸਮਾਪਤੀ ਹੈ। ਅੰਤ ਵਿੱਚ ਜੋ ਮੈਂ ਇੱਕ ਬੇਨਤੀ ਉਸ ਰੱਬ ਨੂੰ ਕਰਿਆ ਕਰਦਾ, ਉਸ ਖੁਦਾ ਨੂੰ, ਉਸ ਭਗਵਾਨ ਨੂੰ ਇਹ ਬੇਨਤੀ ਕਰਿਆ ਕਰਦਾ ਹਾਂ ਕਿ ਇਹ ਕਰੋਨਾ ਵਾਇਰਸ ਵਰਗੀ ਇਹ ਮਹਾਂਮਾਰੀ ਨੂੰ ਉਹ ਇਸ ਦੁਨੀਆ ਤੋਂ ਚੁੱਕ ਲਵੇ ਤਾਂ ਇਹ ਦੁਨੀਆ ਆਪਦੀ ਪਹਿਲੀ ਰਫਤਾਰ ਵਿੱਚ ਫਿਰ ਤੋਂ ਦੌੜੇ। ਜੇ ਬੰਦਿਆਂ ਕੋਲੋਂ ਕੋਈ ਗਲਤੀ ਹੈ ਤਾਂ ਅਬ ਕੀ ਬਾਰ ਬਖਸ਼ ਬੰਦੇ ਨੂੰ, ਇੱਕ ਵਾਰੀ ਮਨੁੱਖਾਂ ਨੂੰ, ਕਿਉਂਕਿ ਇਹ ਮਨੁੱਖ ਉਸ ਪਰਮਾਤਮਾ ਦੀ ਅੰਸ਼ ਹੈ ਅਤੇ ਉਹਦੀ ਔਲਾਦ ਹਾਂ ਸੀ। ਉਹ ਪਰਿਪੂਰਨ ਪਰਮਾਤਮਾ, ਉਹ ਦੁਨੀਆ ਦਾ ਵਾਲੀ, ਆਪਦੇ ਬੱਚਿਆਂ ਕੋਲੋਂ ਹੋਈਆਂ ਗਲਤੀਆਂ ਨੂੰ ਇੱਕ ਵਾਰੀ ਬਖਸ਼ ਦੇਵੇ ਅਤੇ ਮਨੁੱਖਾਂ ਨੂੰ ਵੀ ਚਾਹੀਦਾ ਹੈ
ਕਿ ਉਹ ਅਗਾਂਹ ਤੋਂ ਕੁਦਰਤ ਨਾਲ ਛੇੜਛਾੜ ਕਰਨੀ ਬੰਦ ਕਰ ਦੇਣ, ਤਾਂ ਕਿ ਇਸ ਤਰ੍ਹਾਂ ਦੀਆਂ ਮਹਾਂਮਾਰੀਆਂ ਨਾ ਫੈਲਣ ਜਿਹਦੇ ਨਾਲ ਅਸੀਂ ਤਬਾਹ ਨਾ ਹੋ ਜਾਈਏ। ਇਸ ਖੂਬਸੂਰਤ ਬਣਾਈ ਹੋਈ ਦੁਨੀਆ ਵਿੱਚ ਹਰ ਬੰਦਾ ਆਪਦੀਆਂ ਰੀਝਾਂ ਚਾਅ ਮੁਲਾਰ ਪੂਰੇ ਕਰੇ, ਖੁਸ਼ ਰਹੇ, ਉਹਦੇ ਪਰਿਵਾਰ ਵਿੱਚ ਸਭ ਖੁਸ਼ੀਆਂ ਮਾਣੋ। ਦਾਸ ਦੀ ਇਹ ਉਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਜੋਦਰੀ ਹੈ। ਇੱਥੇ ਹੀ ਸਮਾਪਤੀ ਹੈ। ਇੱਕ ਵਾਰੀ ਫੇਰ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ